पंजाब सरकार वालों मुख ਸਕੱਤਰ ਜਿਹੜੇ ਰਹਿ ਚੁੱਕੇ ਨੇ श्री ਕਰਨ ਅਵਤਾਰ ਸਿੰਘ ਉਹਨਾਂ ਨੂੰ ਦੁਬਾਰਾ ਕੁਰਸੀ ਦਿੱਤੀ ਆ पंजाब स्टेट वाटर रेगूलेटरी एंड डिवेलपमेंट अथॉरिटी। ਕਰਨ ਅਵਤਾਰ ਸਿੰਘ ਪਹਿਲੇ ਮੁੱਖ ਸਕੱਤਰ ਜਾਂ ਪਹਿਲੇ IAS ਜਾਂ IPS ਅਧਿਕਾਰੀ ਨਹੀਂ ਆ ਜਿਨ੍ਹਾਂ ਨੂੰ ਮੁੜ ਕੁਰਸੀ ਮਿਲੀ ਗਈ ਹੈ। ਇਹ ਪੰਜਾਬ ਦੇ ਵਿੱਚ ਸਿਲਸਿਲਾ 1961 ਤੋਂ ਹੀ ਸ਼ੁਰੂ ਹੋਇਆ ਸੀ ਤੇਜਿੰਦਰ ਖੰਨਾ ਵੇਲੇ, ਲੇਕਿਨ ਜਿਹੜੇ ਪਹਿਲੇ ਮੋਸਟਲੀ ਜਿਹੜੇ ਅਧਿਕਾਰੀ ਜਾਂ ਰਿਟਾਇਰਮੈਂਟ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਪਹਿਲਾਂ ਉਹ ਮੌਜੂਦਾ ਸਿਸਟਮ ਦੇ ਵਿੱਚ ਹੀ ਉਹਨਾਂ ਨੂੰ ਤੈਨਾਤ ਕੀਤਾ ਜਾਂਦਾ ਸੀ। ਦੋ ਐਗਜ਼ਾਮਪਲਾਂ, ਤੇਜਿੰਦਰ ਖੰਨਾ ਜੀ ਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਸੀ ਔਰ TK ਨਾਇਰ ਸਾਹਿਬ ਉਹ ਪ੍ਰਧਾਨ ਮੰਤਰੀ ਕਈ ਰਹਿ ਚੁੱਕੇ ਨੇ, ਉਹਨਾਂ ਦੇ ਸਲਾਹ ਕਰ ਰਹੇ ਨੇ। ਲੇਕਿਨ ਇਹ ਪਿਛਲੇ ਦਹਾਕਿਆਂ ਤੋਂ ਜਿਹੜੀ ਆ ਨਵੇਂ ਬੋਰਡ ਕਾਰਪੋਰੇਸ਼ਨ ਅਥਾਰਟੀਆਂ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈਗਾ ਔਰ ਪੰਜਾਬ ਦੇ ਵਿੱਚ ਕਹਿ ਸਕਦੇ ਇੱਕ ਫੈਸ਼ਨ ਜਾਂ ਰਿਵਾਜ ਬਣ ਚੁੱਕਾ ਹੈਗਾ ਕਿ ਜਿਹੜਾ ਵੀ ਮੁੱਖ ਸਕੱਤਰ ਤੋਂ ਅਹੁਦੇ ਤੋਂ ਰਿਟਾਇਰ ਹੁੰਦਾ ਉਹਨਾਂ ਵਾਸਤੇ ਪਹਿਲਾਂ ਹੀ ਇੱਕ ਨਵੀਂ ਅਥਾਰਟੀ ਜਾਂ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਰਿਹਾ। ਕਿ ਮੌਜੂਦਾ ਸਿਸਟਮ ਦੇ ਵਿੱਚ ਅਜਿਹੇ ਨਵੇਂ ਕਮਿਸ਼ਨ ਜਾਂ ਅਥਾਰਟੀਆਂ ਦਾ ਗਠਨ ਕਰਨਾ ਪੰਜਾਬ 'ਤੇ ਵਿੱਤੀ ਬੋਝ ਆ, ਲੋਕਾਂ ਦਾ ਜਿਹੜਾ ਟੈਕਸ ਦੇ ਰੂਪ ਵਿੱਚ ਜਿਹੜੇ ਲੋਕ ਪੈਸਾ ਦਿੰਦੇ ਨੇ ਸਰਕਾਰ ਨੂੰ ਕਿਤੇ ਉਹਦਾ ਤਾਂ ਨਹੀਂ ਦੁਰਵਰਤੋਂ ਹੋ ਰਹੀ। ਇਹ ਬਹੁਤ ਸਾਰੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਔਰ ਸਾਡੇ ਨਾਲ ਨੇ ਪੰਜਾਬ ਸਰਕਾਰ ਤੋਂ ਹੀ ਬਹੁਤ ਹੀ ਸੀਨੀਅਰ ਅਹੁਦੇ 'ਤੇ ਰਿਟਾਇਰ ਹੋਏ ਸ਼੍ਰੀ TR ਸਰੰਗਲ ਸਾਹਿਬ, ਜਿਹੜੇ ਗੱਲ ਕਰਾਂਗੇ 77 ਰੈਂਕ ਦੇ ਅਧਿਕਾਰੀ ਨੇ ਔਰ ਕਾਫੀ ਵਿਜ਼ਨ ਵੀ ਰੱਖਦੇ ਨੇ ਪੰਜਾਬ ਪ੍ਰਤੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰੰਗਲ ਸਾਹਿਬ, ਮੇਰਾ ਪਹਿਲਾ ਸਵਾਲ ਆ ਕਿ ਜਿਹੜੀ ਅਫਸਰਾਂ ਦੀ ਉੱਚ ਅਫਸਰਾਂ ਦੀ ਖਾਸ ਕਰਕੇ ਮੁੱਖ ਸਕੱਤਰ ਰੈਂਕ ਦੇ ਅਧਿਕਾਰੀਆਂ ਦੀ ਜਾਂ ਹੋਰ ਵੀ ਜਿਹੜੇ ਅਧਿਕਾਰੀ ਉਹਨਾਂ ਦੀ ਸਰਕਾਰਾਂ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨਾਂ ਨੂੰ ਨਿਯੁਕਤੀ ਦੇਣੀ ਜਾਂ ਕੁਰਸੀ ਦੇਣੀ ਹੈਗੀ, ਇਹ ਵਾਜਬ ਆ ਜੀ? ਜਗਤਾਰ ਜੀ, ਜਿਹੜੀ ਇਹ ਕੁਰਸੀ ਹੈਗੀ ਹੈ ਬਹੁਤ ਸਾਰੇ, ਕਿਉਂਕਿ ਜਦੋਂ ਤੇ ਸਿਸਟਮ ਸਾਡਾ ਓਪਨ ਅਪ ਹੋਇਆ, ਇਕੋਨੋਮੀ ਓਪਨ ਅਪ ਹੋਈ ਹੈ ਅਤੇ ਇਹ ਬਹੁਤ ਸਾਰੇ ਕਿਸਮ ਦੀ ਰੈਗੂਲੇਟਰੀ ਅਥਾਰਟੀਜ਼ ਹੋਈਆਂ ਨੇ ਜਿਹੜੀਆਂ ਸਟੈਚੂਟਰੀ ਨੇ, ਇਹਨਾਂ ਕੋਲ ਇੰਡੀਪੈਂਡੈਂਟ ਪਾਵਰਾਂ ਨੇ ਅਤੇ ਇਸ ਸਰਕਾਰ ਤੋਂ ਇੱਕ ਕਿਸਮ ਦੀਆਂ ਅਲੱਗ ਹੋ ਕੇ ਇਹਨਾਂ ਨੂੰ ਵੇਖਿਆ ਜਾਂਦਾ ਹੈ ਤਾਂ ਕਿ ਇਹਨਾਂ ਦੀ ਜਿਹੜੀ ਵਚਨਬੱਧਤਾ ਹੈ ਲੋਕਾਂ ਦੇ ਪ੍ਰਤੀ, ਕੰਜ਼ਿਊਮਰ ਦੇ ਪ੍ਰਤੀ, ਉਹ ਬਣੇ ਅਤੇ ਤਾਂ ਕਿ ਜੇ ਉਹ ਸਮਝਦੇ ਕਿ ਸਰਕਾਰ ਤੋਂ ਸਾਨੂੰ ਰਿਲੀਫ ਨਹੀਂ ਮਿਲਦਾ ਤਾਂ ਸਾਨੂੰ ਇਹ ਸਟੈਚੂਟਰੀ ਬੋਡੀ ਜਿਹੜੀਆਂ ਨੇ ਇਹ ਰਿਲੀਫ ਦੇਣਗੀਆਂ, ਚਾਹੇ ਉਹ ਸਰਵਿਸ ਕਮਿਸ਼ਨ ਹੈ, ਚਾਹੇ ਉਹ RTI ਦਾ ਹੈ, ਚਾਹੇ ਫੂਡ ਕਮਿਸ਼ਨ ਹੈ। ਅਤੇ ਜਿੱਦਾਂ ਹੁਣ ਤੁਸੀਂ ਲੇਟੈਸਟ ਜਿਹੜਾ ਹੈਗਾ ਵਾਟਰ ਰੈਗੂਲੇਟਰੀ ਅਥਾਰਟੀ ਬਣੀ ਹੈ, ਇਹਨਾਂ ਦੀ ਜਿਹੜੀ ਹੋਂਦ ਹੈ ਇਹ ਤਾਂ ਇੱਕ ਅੱਛਾ ਪ੍ਰੈਗਮੈਟਿਕ ਸਿਸਟਮ ਹੈਗਾ, ਇਹਦੀ ਤਾਂ ਲੋੜ ਤਾਂ ਹੈ, ਪਰ ਅੱਗੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਅੱਗੇ ਰੈਗੂਲੇਸ਼ਨ ਨੇ, ਇਹ ਕਿਸੇ ਨਾ ਕਿਸੇ ਐਕਟ ਦੇ ਅਧੀਨ ਨੇ ਔਰ ਉਹਨਾਂ ਦੇ ਵਿੱਚ ਐਕਟ ਦੇ ਵਿੱਚ ਹੁਣ ਅੱਗੇ ਜਿਹੜੀਆਂ ਕੁਆਲੀਫਿਕੇਸ਼ਨ ਰੱਖਣੀਆਂ ਨੇ, ਕੌਣ ਉਹਦੇ 'ਚ ਐਲੀਜੀਬਲ ਹੈ, ਕੌਣ ਨਹੀਂ ਹੈ, ਉਹਦੇ 'ਚ ਸਰਕਾਰੀ ਅਧਿਕਾਰੀ ਵੀ ਲੱਗ ਸਕਦੇ ਨੇ ਅਤੇ ਪਬਲਿਕ ਦੇ ਵਿੱਚੋਂ ਵੀ ਲੱਗ ਸਕਦੇ ਨੇ, ਜਿਹੜੇ ਕੋਈ ਇਮੀਨੈਂਟ ਪਰਸਨ ਨੇ ਜਾਂ ਜਿਨ੍ਹਾਂ ਦਾ ਕੋਈ ਸਪੈਸ਼ਲ ਐਕਸਪਰਟਾਈਜ਼ ਹੈ ਜਾਂ ਸਪੈਸ਼ਲ ਨੌਲੇਜ ਹੈਗਾ, ਉਹ ਲੱਗ ਸਕਦੇ ਨੇ ਅਤੇ ਸਰਕਾਰੀ ਅਧਿਕਾਰੀ ਵੀ ਲੱਗਦੇ ਨੇ। ਨਹੀਂ, ਮੇਰੇ ਇਹ ਹੈ ਕਿ ਮੇਰਾ ਵੀ ਆਮ ਲੋਕਾਂ ਦਾ ਵੀ ਸਵਾਲ ਹੋ ਸਕਦਾ ਕਿ ਜਿਹੜਾ ਅਧਿਕਾਰੀ ਇਨ ਸਰਵਿਸ ਲੋਕਾਂ ਤੋਂ ਦੂਰ ਰਿਹਾ, ਉਹ ਲੋਕਾਂ ਨੂੰ ਇਨਸਾਫ ਦੇਣ ਤੋਂ ਭੱਜਦਾ ਰਿਹਾ ਜਾਂ ਇਨਸਾਫ ਲੋਕਾਂ ਨੂੰ ਨਹੀਂ ਮਿਲਿਆ, ਉਹ 5 ਸਾਲ ਜਿਹੜੀ ਉਹਨੂੰ ਦੁਬਾਰਾ ਨੌਕਰੀ ਮਿਲਦੀ ਕਿਸੇ ਕਮਿਸ਼ਨ ਜਾਂ ਅਥਾਰਟੀ ਦਾ ਉਹਨਾਂ ਨੂੰ ਚੇਅਰਮੈਨ ਲਗਾਇਆ ਜਾਂਦਾ, ਉਦੋਂ ਉਹਨਾਂ ਕੋਲ ਕੋਈ ਐਕਸਟਰਾ ਪਾਵਰ ਆ ਜਾਂਦੀ ਹੈਗੀ ਹੈ ਕਿ ਹਾਂ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕਦਾ ਜੀ? ਇਹ ਤਾਂ ਇੱਕ ਬੜਾ ਹੀ ਗੁੰਝਲਦਾਰ ਸਵਾਲ ਹੈਗਾ ਜੀ, ਕਿਉਂਕਿ ਦੇਖੋ ਇੱਕ ਤਾਂ ਇਹਦੇ 'ਚ ਕਈ ਮਸਲੇ ਨੇ, ਚਾਹੇ ਮੈਂ ਜਿੱਦਾਂ ਦੱਸਿਆ ਕਿ ਸਟੈਚੂਟਰੀ ਬੋਡੀ ਨੇ, ਕੁਛ ਕੌਨਸਟੀਟਿਊਸ਼ਨਲ ਨੇ ਬੋਡੀਜ਼ ਨੇ, ਅਤੇ ਜਿਹੜੀ ਆਫਿਸਰ ਵੀ ਹੈ ਜਿਹੜੇ ਸਰਵਿਸ 'ਚ ਨੇ ਅਤੇ ਜਦੋਂ ਰਿਟਾਇਰਮੈਂਟ ਦੇ ਲਾਗੇ ਹੁੰਦੇ ਨੇ ਅਤੇ ਕਈ ਵਾਰੀ ਰਾਹੇ ਬਗਾਏ ਸਰਕਾਰਾਂ ਉਹਨਾਂ ਨੂੰ ਇਹ ਕਹਿੰਦੀਆਂ ਵੀ ਨੇ, ਥੋੜ੍ਹਾ ਜਿਹਾ ਹਿੰਟ ਵੀ ਦੇ ਦਿੰਦੀਆਂ ਨੇ ਕਿ ਬਈ ਤੁਸੀਂ ਸਾਡੇ ਤਰੀਕੇ ਨਾਲ ਕੰਮ ਕਰੀ ਚੱਲੋ, ਬਈ ਕੱਲ੍ਹ ਨੂੰ ਤੁਸੀਂ ਰਿਟਾਇਰ ਵੀ ਹੋਣਾ, ਤੁਸੀਂ ਅੱਗੇ ਵੀ ਆਪਾਂ ਤੁਹਾਡਾ ਸੋਚਾਂਗੇ। ਜਿੱਦਾਂ ਕਿ ਹੋਇਆ ਆਪਾਂ ਨੇ ਚੀਫ ਜਸਟਿਸ ਤੋਂ ਲੈ ਕੇ ਥੱਲੇ ਤੀਕ ਸਾਰਾ ਕੁਝ ਹੋਇਆ ਤੋਂ ਚ ਕੁਇਡ ਜਿਹੜਾ ਅਸੀਂ ਕਹਿੰਦੇ ਹਾਂ ਕਿ ਇੱਕ ਹੱਥ ਦਿਓ ਅਤੇ ਇੱਕ ਹੱਥ ਲਓ, ਇਹ ਚੱਲਦਾ, ਫਿਰ ਇਹ ਚੱਲਦਾ ਔਰ ਇਸ ਨੇ ਸਿਸਟਮ ਨੂੰ ਡਾਇਲੂਟ ਵੀ ਕੀਤਾ ਹੈਗਾ ਅਤੇ ਇਹਦੇ ਨਾਲ ਜਿਹੜੀ ਹੈ ਕੰਪਰੋਮਾਈਜ਼ਜ਼ ਡਿਊਰਿੰਗ ਦਾ ਸਰਵਿਸ ਜਿਹੜੇ ਆ ਉਹ, ਚਾਹੇ ਹੁਣ ਤਾਂ ਲੋਕ ਕਹਿੰਦੇ ਕਿ ਆਰਮੀ 'ਚ ਵੀ ਇਹ ਪ੍ਰੋਬਲਮ ਆਈ ਹੈ
ਕਿ ਜਿਹੜੇ ਹੁੰਦਾ ਲਾਸਟ ਤੇ ਜਾ ਕੇ ਆਪਾਂ ਨੂੰ ਹਿੰਟ ਦੇ ਦਿੰਦੀ ਕਿ ਸਰਕਾਰ ਕਿ ਆਪਾਂ ਠੀਕ ਠਾਕ ਕਰ ਦੇ ਦਿਓ, ਆਪਾਂ ਐਡਜਸਟ ਕਰਾਂਗੇ ਜੀ ਤੁਹਾਨੂੰ। ਨਹੀਂ ਮੰਤਰੀ ਵੀ ਬਣ ਜਾਂਦੇ ਹੈਗੇ ਨੇ, ਮੰਤਰੀ ਤੇ ਬਣਦੇ ਨੇ, ਚਲੋ ਉਹ ਵੀ ਚੰਗੀ ਗੱਲ ਆ। ਤੋ ਇੱਕ ਤੇ ਹੈਗਾ ਕਿ ਸਰਕਾਰਾਂ ਦੇ ਹੱਥ ਇੱਕ ਲੀਵਰੇਜ ਆ ਗਿਆ ਹੈਗਾ, ਜਿੱਥੇ ਤੁਸੀਂ ਛੋਟਾ ਮੋਟਾ ਚੋਗਾ ਪਾ ਕੇ ਤੇ ਅਫਸਰ ਤੋਂ ਵੀ ਕੰਮ ਲਈ ਜਾ ਰਹੇ ਹੋ। ਜਿੱਥੋਂ ਤੱਕ ਤੁਹਾਡਾ ਇਹ ਕਹਿਣਾ ਹੈਗਾ ਵੀ ਜੇ ਉਹ 30 35 36 ਸਾਲ 'ਚ ਜੇ ਉਹ ਕੁਝ ਪਤਾ ਨਹੀਂ ਪਰਫਾਰਮ ਨਹੀਂ ਕਰ ਸਕਦੇ, ਸ਼ਾਇਦ ਤੁਸੀਂ ਇਹੀ ਕਹਿਣਾ ਲੋਕਾਂ ਪ੍ਰਤੀ ਵਫਾਦਾਰੀ ਨੇ, ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਨਹੀਂ ਮਿਲੀ। ਇਹ ਸ਼ਾਇਦ ਇਹ ਗੱਲ ਸਾਰੇ ਅਧਿਕਾਰੀਆਂ ਬਾਰੇ ਜਿਹੜੀ ਹੈਗੀ ਹੈ ਇਹ ਸੱਚ ਨਹੀਂ ਹੋਏਗੀ। ਸਾਡੇ ਕੋਲ ਹਰ ਕਿਸਮ ਦਾ ਲੋਟ ਹੈਗਾ, ਸਾਡੇ ਕੋਲ ਪ੍ਰੋ ਪੀਪਲ ਲੋਕ ਨੇ, ਸਾਡੇ ਕੋਲ ਉਹ ਵੀ ਲੋਕ ਨੇ ਜਿਨ੍ਹਾਂ ਦੀ ਫਿਊਡਲ ਮੈਂਟੈਲਿਟੀ ਰਹੀ ਹੈ, ਸਾਡੇ ਕੋਲ ਰਾਜਾ ਟਾਈਪ ਵੀ ਅਫਸਰ ਰਹੇ ਨੇ ਜਿਨ੍ਹਾਂ ਦਾ ਕਦੀ ਕੋਈ ਦਰਵਾਜ਼ਾ ਵੀ ਨਹੀਂ ਟੱਪ ਸਕਿਆ। ਸੋ ਅਗਰ ਤੇ ਸਰਕਾਰ ਇਹਨਾਂ ਸਟੈਚੂਟਰੀ ਕਮਿਸ਼ਨਾਂ ਦੇ ਵਿੱਚ ਸਰਵਿਸ ਦੇ ਦੌਰਾਨ ਕਿਸੇ ਬੰਦੇ ਦੀ ਕੋਈ ਐਕਸਪਰਟਾਈਜ਼ ਹੈਗੀ ਆ, ਉਹਦੀ ਕੋਈ ਅੱਛੀ ਕੁਆਲੀਫਿਕੇਸ਼ਨ ਹੈ, ਉਹਦੇ ਕੋਲ ਸਪੈਸ਼ਲ ਨੌਲੇਜ ਹੈ, ਤੇ ਅਗਰ ਉਹ ਇਹ ਸਮਝਦੇ ਨੇ ਕਿ ਹੁਣ ਇਸ ਨੂੰ ਇਸ ਸਟੈਚੂਟਰੀ ਬੋਡੀ 'ਚ ਲਾਈਏ ਤੇ ਇਹਨੇ ਅੱਗੇ ਵੀ ਚੰਗੀ ਸਰਵਿਸ ਕੀਤੀ ਤੇ ਹੋਰ ਚੰਗੀ ਕਰੇਗਾ, ਜੇ ਤੇ ਇਹ ਸਿਸਟਮ ਨਾਲ ਲੱਗਦੇ ਨੇ ਤੇ ਫਿਰ ਤਾਂ ਮੈਂ ਕਹਿੰਦਾ ਕਿ ਅੱਛੀ ਗੱਲ ਹੈ। ਜਿਸ ਦੇ ਕੋਲ ਵੀ 30 35 ਸਾਲ ਦਾ ਤਜਰਬਾ, ਉਹਦੀ ਸੇਵਾਵਾਂ ਨੂੰ ਅਸੀਂ ਯੂਜ਼ ਕਰ ਲੈਂਦੇ ਹਾਂ, ਪ੍ਰੋਵਾਈਡਡ ਕਿ ਜੋ ਮੈਂ ਕਿਹਾ ਇਹ ਨਹੀਂ ਕਿ ਕਿਸੇ ਨੂੰ ਵੀ ਲਾ ਦਿਓ। ਲੇਕਿਨ ਸਮੱਸਿਆ ਇਹ ਆ ਰਹੀ ਹੈ ਕਿ ਇੱਕ ਤਾਂ ਇਹ ਜਿਹੜਾ ਹੈਗਾ ਕਿ ਗਿਵ ਐਂਡ ਟੇਕ ਵਾਲਾ ਸਿਸਟਮ ਨਾਲ ਲੱਗ ਰਹੇ ਆ। ਫਿਰ ਵਿੱਚੋਂ ਕੁਝ ਲੋਕ ਕੋਰਟਾਂ 'ਚ ਵੀ ਗਏ, ਉਹਨਾਂ ਕਿਹਾ ਜੀ ਤੁਸੀਂ ਇਹ 'ਚ ਪਾਰਦਰਸ਼ਤਾ ਕੋਈ ਨਹੀਂ ਹੈਗੀ, ਤੁਸੀਂ ਤੇ ਜਿਹਨੂੰ ਦਿਲ ਕਰਦਾ ਲਾਈ ਜਾਂਦੇ ਆ। ਫਿਰ ਇੱਕ ਝੂਠੀ ਸੱਚੀ ਹੁਣ ਜਿਹੜੀ ਐਡਵਰਟਾਈਜ਼ਮੈਂਟ ਦੇਣ ਦਾ ਰਿਵਾਜ ਹੋ ਗਿਆ ਤੇ ਉਹ ਰਿਵਾਜ ਦੇ ਰਾਹੀਂ ਆਪਾਂ ਨੂੰ ਦੇਖੋ 6 ਮਹੀਨੇ ਪਹਿਲਾਂ ਹੀ ਪਤਾ ਵੀ ਰੈਗੂਲੇਟਰੀ ਕਮਿਸ਼ਨ 'ਚ ਕਿੰਨ ਲੱਗਣਾ ਹੈ, ਸਟੇਟ ਇਲੈਕਸ਼ਨ ਕਮਿਸ਼ਨ 'ਚ ਕਿੰਨ ਲੱਗਣਾ ਹੈ। ਹੁਣ ਸਾਨੂੰ ਇਹਨਾਂ ਦਾ ਵੀ ਪਤਾ ਲੱਗ ਗਿਆ, ਬਹੁਤ ਦੇਰ ਤੋਂ ਰੌਲਾ ਪੈ ਰਿਹਾ ਸੀਗਾ ਕਿ ਜੀ ਰੈਗੂਲੇਟਰੀ ਕਮਿਸ਼ਨ 'ਚ ਕਿੰਨੇ ਲੱਗਣਾ ਹੈ, ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਸਿਸਟਮ ਦੇ ਲਾਗੇ ਜਿਹੜੇ ਲੋਕ ਨੇ, ਜਿੱਦਾਂ ਤੁਸੀਂ ਆਪਾਂ ਹੁਣ ਡਿਸਕਸ਼ਨ ਕਰ ਰਹੇ ਸੀ ਕਿ 5-6 ਅਧਿਕਾਰੀ ਤੇ ਉਹੀ ਨੇ, ਚਾਹੇ ਉਹ ਕਿਸੇ ਵੀ ਸਟੇਟ ਤੋਂ ਆਏ ਆ, ਉਹ ਇੱਕ ਖਾਸ ਮਤਲਬ ਬੈਚ ਦੇ ਲੋਕ ਆ ਤੇ ਉਹਨਾਂ ਨੂੰ ਵੀ ਐਡਜਸਟ ਕੀਤਾ ਹੈਗਾ। ਇਹਦਾ ਮਤਲਬ ਕਿ ਜਿਹੜੀ ਇਹ ਪਿਕ ਐਂਡ ਚੂਜ਼ ਵਾਲੀ ਪਾਲਿਸੀ ਹੈਗੀ ਹੈ, ਇਹ ਪਾਲਿਸੀ ਜਿਹੜੀ ਹੈਗੀ ਇਹ ਘਾਤਕ ਹੈ। ਤੁਸੀਂ ਬੰਦੇ ਰੱਖੋ, ਐਕਸਪਰਟਾਈਜ਼ ਵਾਲੇ ਰੱਖੋ, ਫਿਰ ਤੁਸੀਂ ਜ਼ਰੂਰੀ ਨਹੀਂ ਕਿ ਸਾਰੇ ਦੇ ਸਾਰੇ ਬੰਦੇ ਅਫਸਰਾਂ 'ਚੋਂ ਰੱਖਣੇ ਨੇ। ਸਾਰੀ ਐਕਸਪੀਰੀਅੰਸ ਤੇ ਐਕਸਪਰਟਾਈਜ਼ ਕੇਵਲ IAS ਅਫਸਰਾਂ ਕੋਲ ਜਾਂ ਹੋਰ ਜੁਡੀਸ਼ੀਅਲ ਅਫਸਰਾਂ ਕੋਲ ਹੀ ਨਹੀਂ ਹੈ। ਇਹਨਾਂ ਐਕਟਾਂ ਦੇ ਵਿੱਚ ਹੀ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਹੋਰ ਵੀ ਸਪੈਸੀਫਾਈਡ ਕੁਆਲੀਫਿਕੇਸ਼ਨ ਵਾਲੇ ਇਮੀਨੈਂਟ ਪਰਸਨ, ਟੈਕਨੋਕ੍ਰੇਟਸ ਨੂੰ ਆਪਾਂ ਟੈਕਨੋਕ੍ਰੇਟ ਨੇ ਜਿਨ੍ਹਾਂ ਦਾ ਰੈਪੂਟੇਸ਼ਨ ਚੰਗਾ ਆ, ਜਿਨ੍ਹਾਂ ਦੀ ਕੋਈ ਸਪੈਸ਼ਲ ਕੰਟਰੀਬਿਊਸ਼ਨ ਰਹੀ ਹੈ, ਚਾਹੇ ਉਹ ਸਰਵਿਸ 'ਚ ਹੈ ਨੇ ਚਾਹੇ ਨਹੀਂ ਹਨ, ਉਹਨਾਂ ਨੂੰ ਵੀ ਲਗਾਓ। ਐਕਟਾਂ ਦੇ ਵਿੱਚ ਉਹਦੀ ਪ੍ਰੋਵੀਜ਼ਨ ਹੈ ਲਗਾਉਣ ਦੀ। ਸਰ ਇੱਕ ਜਿਸ ਸਵਾਲ ਹੈ ਕਿ ਨਹੀਂ ਸਾਰੇ ਅਫਸਰ ਜਿੱਦਾਂ ਮਤਲਬ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਪਰ ਉਹ ਹੀ ਅਫਸਰ ਹੈ ਬਹੁਤ ਗਿਣੇ ਚੁਣੇ ਨੇ ਜਿਨ੍ਹਾਂ ਨੂੰ ਅਹੁਦੇ ਮਿਲਦੇ ਹੈਗੇ ਨੇ। ਮੇਰੇ ਮਤਲਬ ਜਿਹੜਾ ਗਿਵਨ ਐਂਡ ਟੇਕ ਵਾਲਾ ਜਿਹੜਾ ਰਿਵਾਜ ਆ, ਮਤਲਬ ਇਹ ਹੈਗਾ ਕਿ ਸਾਡੀ ਨੇਸ਼ਨ ਪ੍ਰਤੀ, ਸਾਡੀ ਸਟੇਟ ਪ੍ਰਤੀ, ਸਾਡੀ ਲੋਕਾਂ ਪ੍ਰਤੀ ਵਫਾਦਾਰੀ ਘੱਟ, ਸਾਡੀ ਵਫਾਦਾਰੀ ਹੈ ਸਰਕਾਰਾਂ ਦੇ ਨਾਲ, ਮੁਲਾਜ਼ੇਦਾਰੀਆਂ ਸਰਕਾਰਾਂ ਨਾਲ। ਦੇਖੋ ਇਹ ਤਾਂ ਇੱਕ ਸਿਸਟਮ ਬਣ ਗਿਆ ਹੈਗਾ, ਕਿਉਂਕਿ ਜਿਹੜਾ ਪੋਲੀਟੀਕਲ ਸਿਸਟਮ ਨੇ ਸਾਰੇ ਸਿਸਟਮ ਨੂੰ ਸਰਕਮਵੈਂਟ ਕਰ ਲਿਆ ਹੈਗਾ। ਜਿਹੜੀ ਇੰਡੀਪੈਂਡੈਂਸ ਸੀਗੀ ICS ਅਫਸਰਾਂ ਦੀ ਤੇ ਫਿਰ ਉਸ ਤੋਂ ਬਾਅਦ IAS ਅਫਸਰਾਂ ਦੀ, ਜਿਹੜਾ ਉਹਨਾਂ ਦਾ ਉਸ ਵੇਲੇ ਕਿਰਦਾਰ ਸੀ, ਜਿਹੜੀ ਕੌਨਸਟੀਟਿਊਸ਼ਨ ਦੇ ਪ੍ਰਤੀ ਵਚਨਬੱਧਤਾ ਸੀਗੀ, ਲੋਕਾਂ ਦੇ ਪ੍ਰਤੀ ਵਚਨਬੱਧਤਾ ਸੀਗੀ, ਉਹ ਦੇਖੋ ਜਦੋਂ ਸਾਡੇ ਜਾਤੀ ਮਫਾਦ ਉਹਦੇ ਨਾਲ ਕਲੈਸ਼ ਕਰਦੇ ਨੇ ਤੇ ਉਹਦੇ 'ਚ ਡੈਲੂਸ਼ਨ ਤੇ ਹੋਈ ਹੈ, ਸਾਡੇ ਦੇਖਦੇ ਹੋਈ ਹੈ। ਤੇ ਇਹ ਤੇ ਸਾਰਾ ਕੁਝ ਹੈ ਹੀ ਹੈ, ਕਿਉਂਕਿ ਆਪਾਂ ਦੇਖੋ ਪਰਟੀਕੂਲਰ ਪੋਸਟ ਲਈ ਆਪਾਂ ਪਹਿਲੇ ਪੋਸਟ ਹੀ ਉਸ ਬੰਦੇ ਨੇ ਕ੍ਰੀਏਟ ਕੀਤੀ ਹੈ, ਐਕਟ ਹੀ ਉਸ ਬੰਦੇ ਨੇ ਬਣਾਇਆ ਜਿਹਨੇ ਲੱਗਣਾ ਹੈ। ਸਰਵਿਸ ਰੂਲ ਉਹਨੇ ਉਸ ਢੰਗ ਨਾਲ ਬਣਾਏ ਨੇ ਕਿ ਮੇਰੇ ਸਰਵਿਸ ਰੂਲ ਆ ਹੋਣਗੇ, ਮੇਰਾ ਦਫ਼ਤਰ ਇੱਦਾਂ ਦਾ ਹੋਏਗਾ, ਮੇਰੇ ਕੋਲ ਕਾਰ ਕਿਹੜੀ ਹੋਏਗੀ, ਮੇਰਾ ਸਟੇਟਸ ਕੀ ਹੋਏਗਾ, ਤੇ ਮੇਰੀ ਜਿਹੜੀ ਪੋਸਟ ਰਿਟਾਇਰਮੈਂਟ ਆ, ਇੱਕ ਤਾਂ ਮੈਂ ਸਰਵਿਸ ਤੋਂ ਰਿਟਾਇਰ ਹੋਇਆ, ਉਹ ਮੇਰੀ ਪੈਨਸ਼ਨ ਦਾ ਲਾਸਟ ਪੇ ਹੈਗੀ ਹੈ, ਤੇ ਜੇ ਮੈਂ ਪਾਵਰਫੁੱਲ ਆ ਤੇ ਮੇਰਾ ਕਮਿਸ਼ਨ 'ਚ ਸਟੈਚੂਟਰੀ ਕਮਿਸ਼ਨ 'ਚ ਮੇਰਾ ਇੱਕ ਅਹੁਦਾ ਹੋਰ ਵੀ ਵੱਧਦਾ ਪਿਆ, ਤੇ ਫਿਰ ਉਸ ਵਧੇ ਹੋਏ ਅਹੁਦੇ ਦੀ ਜਿਹੜੀ ਲਾਸਟ ਪੇ ਉਹਦੀ ਪੈਨਸ਼ਨ ਵੀ ਮਿਲੇਗੀ, ਇਹ ਵੀ ਹੋਇਆ। ਇਹ ਜਿਹੜੀ ਹੈ ਇਹ ਸ਼ਾਇਦ ਆਮ ਲੋਕਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ। ਇਹ ਬੜੀ ਚਲਾਕੀ ਦੇ ਨਾਲ ਜਿਹੜੇ ਅਫਸਰ ਨੇ, ਸਿਆਣੇ ਅਫਸਰ, ਮੈਂ ਤਾਂ ਉਹਨਾਂ ਨੂੰ ਕਹਾਂਗਾ, ਬਿਲਕੁਲ ਬਹੁਤ ਸਿਆਣੇ ਹੁੰਦੇ ਨੇ, ਉਹ ਇੱਦਾਂ ਦੇ ਫਿਰ ਐਕਟ ਵੀ ਆਪਾਂ ਬਣਾਇਆ,
ਪੋਸਟ ਵੀ ਆਪਾਂ ਸਿਲੈਕਟ ਕੀਤੀ ਤੇ ਲੱਗੇ ਵੀ ਆਪਾਂ ਹੀ ਆ। ਤੇ ਕਈ ਕੇਸਾਂ 'ਚ ਇਹ ਹੋਇਆ ਕਿ ਉਹ ਪੋਸਟ ਹੀ ਖਤਮ ਹੋ ਗਈ, ਬੰਦਾ ਗਿਆ ਤੇ ਕਮਿਸ਼ਨ ਵੀ ਖਤਮ ਹੋ ਗਿਆ। ਇਹ ਵੀ ਆਪਾਂ ਵੇਖਿਆ ਪਾਸਟ ਵਿੱਚ। ਬਿਲਕੁਲ ਤੇਜਿੰਦਰ ਕੌਰ ਦੀ ਐਗਜ਼ਾਮਪਲ ਹੀ ਪੰਜਾਬ ਸਟੇਟ ਨੇ ਬੁਨਿਆਦੀ ਢਾਂਚਾ ਬਣਾਏ। ਪਰ ਸਵਾਲ ਸਰ ਇਹ ਹੈ ਕਿ ਜਦ ਸਾਡੇ ਕੋਲ ਮਿਨਿਸਟਰੀ ਹੈਗੀ ਹੈ ਹਰ ਡਿਪਾਰਟਮੈਂਟ ਦੀ, ਸਾਡੇ ਕੋਲ 77 ਰੈਂਕ ਦੇ ਅਧਿਕਾਰੀ ਹੈਗੇ ਨੇ ਹਰ ਡਿਪਾਰਟਮੈਂਟ ਕੋਲ। ਜਿੱਦਾਂ ਹੁਣ ਮੰਨ ਲਓ ਜੀ ਇਹ ਪੰਜਾਬ ਸਟੇਟ ਵਾਟਰ ਰੈਗੂਲੇਟਰੀ ਅਥਾਰਟੀ ਹੈਗੀ ਹੈ ਜੀ, ਪੰਜਾਬ ਫੂਡ ਕਮਿਸ਼ਨ ਬਣ ਗਿਆ ਜੀ, ਪੇਰਾ ਬਣ ਗਈ, ਰੇਰਾ ਬਣ ਗਈ ਜੀ, ਕਈ ਤਰ੍ਹਾਂ ਦੇ ਬਣੇ। ਜਦ ਕਾਰਜਪਾਲਿਕਾ ਦੇ ਵਿੱਚ ਜਾਂ ਵਿਧਾਨ ਪਾਲਿਕਾ ਦੇ ਵਿੱਚ ਆਲਰੇਡੀ ਜਾਂ ਸੰਵਿਧਾਨ ਦੇ ਵਿੱਚ ਆਲਰੇਡੀ ਇਹ ਸਾਰੇ ਮੱਦ ਜਾਂ ਉਪਬੰਧ ਹੈ, ਸਭ ਕੁਝ ਹੈ। ਇਹ ਨਵਾਂ ਸੈਟਅਪ ਕਰਨ ਦੀ ਜ਼ਰੂਰਤ ਹੈ। ਜੇ ਤੁਸੀਂ ਪਹਿਲਾਂ ਨਹੀਂ ਕੰਮ ਕੀਤਾ ਗਿਆ ਫਿਰ ਵੀ ਤਾਂ ਤੁਸੀਂ ਸਰਕਾਰਾਂ ਦੇ ਮਤੇ ਹੀ ਕੰਮ ਕਰਨਾ ਜੀ। ਦੇਖੋ ਇਹ ਜਿਹੜੇ ਕਮਿਸ਼ਨ ਨੇ ਇਹ ਤਾਂ ਜਿੱਦਾਂ ਮੈਂ ਦੱਸਿਆ ਕਿ ਸਟੈਚੂਟਰੀ ਨੇ, ਅਗਰ ਇਹ ਚਾਹਣ ਤੇ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਸਰਕਾਰ ਦੇ ਨਾਲ ਕਨਫਲਿਕਟ ਕਰਕੇ ਕੰਮ ਕਰਨਗੇ, ਪਰ ਇਹਨਾਂ ਕੋਲ ਕੁਝ ਇੰਡੀਪੈਂਡੈਂਟ ਅਧਿਕਾਰ ਨੇ, ਇਹ ਅਗਰ ਕਰਨਾ ਚਾਹਣ ਤੇ ਕਰ ਸਕਦੇ ਹਨ। ਪਰ ਇਹ ਕਿ ਜੇ ਤੁਹਾਨੂੰ ਸਰਕਾਰ ਨੇ ਪਹਿਲਾਂ ਹੀ ਟੇਮ ਕਰਕੇ ਇਹ ਕੁਝ ਪ੍ਰੋਮਿਸਿਸ ਕਰਕੇ ਤੁਹਾਨੂੰ ਲਾਇਆ ਹੈਗਾ ਤੇ ਤੁਸੀਂ ਸਰਕਾਰ ਤੋਂ ਫਿਰ ਵੱਖਰੇ ਹੋ ਕੇ ਕੰਮ ਨਹੀਂ ਕਰ ਸਕੋਗੇ। ਅਸੀਂ ਆਰਟੀਆਈ ਕਮਿਸ਼ਨ 'ਚ ਵੀ ਦੇਖਿਆ ਮੈਂਬਰਾਂ ਦੇ ਵਿੱਚ ਤੇ ਚੇਅਰਮੈਨ 'ਚ ਕਨਫਲਿਕਟ ਹੋਇਆ, ਤੁਹਾਨੂੰ ਯਾਦ ਹੋਏਗਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਇਹ ਉਸੇ ਦਾ ਪ੍ਰੋਡਕਟ ਹੈਗਾ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਇਹ ਇਨਫੋਰਮੇਸ਼ਨ ਆਪਾਂ ਨੇ ਦੇਣੀ ਹੈ ਜਾਂ ਨਹੀਂ ਦੇਣੀ ਹੈ। ਹਾਲਾਂਕਿ ਚੇਅਰਮੈਨ ਕੋਲ ਤਾਂ ਇੰਡੀਪੈਂਡੈਂਟ ਪਾਵਰ ਹੈ, ਮੈਂਬਰਸ ਨੇ ਜਦੋਂ ਚੇਅਰਮੈਨ ਕੋਲ ਪਾਵਰ ਹੈ ਕਿ ਤੁਸੀਂ ਕੇਸ ਕਿਸੇ ਨੂੰ ਵੀ ਟ੍ਰਾਂਸਫਰ ਕਰ ਸਕਦੇ ਹੋ। ਸਰਕਾਰ ਦਾ ਸ਼ਾਇਦ ਕਿਤੇ ਇੰਟਰਸਟ ਹੋਗਾ ਨਾ ਕਿ ਫਲਾਣੇ ਮੈਂਬਰ ਨੂੰ ਦੇ ਦਿਓ, ਆਪਾਂ ਇਹ ਤੋਂ ਕਰਾ ਲਾਂਗੇ। ਔਰ ਅਸੀਂ ਦੇਖੋ ਇਸ ਢੰਗ ਦੇ ਮੈਂਬਰ ਵੀ ਲਾਏ ਆਰਟੀਆਈ 'ਚ, ਜਿਹੜਾ ਕਿ ਸੈਂਟਰਲ ਐਕਟ ਹੈਗਾ, ਜਿਹਦੇ 'ਚ ਇੱਕ IAS ਅਫਸਰ ਨੇ ਇਨਕੁਆਇਰੀ ਆਰਡਰ ਕਰਤੀ, ਜਦ ਕਿ ਉਸ ਦੀ ਪਾਵਰ 'ਚ ਨਹੀਂ ਹੈ। ਆਰਟੀਆਈ ਤੇ ਐਕਟ ਵਿੱਚ ਤੁਸੀਂ ਇਨਫੋਰਮੇਸ਼ਨ ਦੇਣੀ ਹੈ ਜਾਂ ਨਹੀਂ ਦੇਣੀ, ਉਹਦਾ ਪ੍ਰੋਸੀਜਰ ਹੈਗਾ। ਯੂ ਆਰ ਨੋਟ ਐਨ ਐਗਜ਼ੀਕਿਊਟਿਵ ਆਫਿਸਰ ਕਿ ਤੁਸੀਂ ਇਨਕੁਆਇਰੀ ਆਰਡਰ ਕਰ ਦਿਓ। ਮਤਲਬ ਇੰਨੀ ਅਗਿਆਨਤਾ ਵਾਲੇ ਅਫਸਰਾਂ ਨੂੰ ਵੀ, ਚਾਹੇ ਉਹ IAS ਹੈ ਚਾਹੇ ਕੋਈ ਆ, ਅਗਰ ਤੁਸੀਂ ਉਹਨਾਂ ਨੂੰ ਕਮਿਸ਼ਨ 'ਚ ਐਡਜਸਟ ਕਰਦੇ ਹੋ ਕਿ ਉਹ ਕੋਈ ਖਾਸ ਉਹਦਾ ਕੋਈ ਪੋਲੀਟੀਕਲ ਮਾਸਟਰ ਹੈਗਾ, ਤੇ ਫਿਰ ਮਾੜੀ ਗੱਲ ਹੈਗੀ ਹੈ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈਗਾ ਕਿ ਤੁਸੀਂ ਇਹਨਾਂ ਕਮਿਸ਼ਨਾਂ 'ਚ ਸਾਰੇ ਦੇ ਸਾਰੇ IAS ਅਫਸਰ ਕਿਉਂ ਭਰਤੀ ਕਰਦੇ ਪਏ ਹੋ, ਸਰਵਿਸ ਵਾਲੇ ਕਿਉਂ ਕਰਦੇ ਹੋ, ਜਦ ਕਿ ਐਕਟ 'ਚ ਪਾਵਰ ਹੈਗੀ ਦੂਜਿਆਂ ਨੂੰ ਵੀ ਕਰ ਸਕਦੇ। ਕੁਛ ਤਾਂ ਲੋਕੀ ਦੂਜੇ ਵੀ ਕਰੋ। ਮਤਲਬ ਕਿ ਤੁਸੀਂ ਇਨ ਸਰਵਿਸ ਪਰਟੀਕੁਲਰ ਕਿਸੇ ਪਾਰਟੀ ਦੇ ਨਾਲ ਜਾਂ ਬਦੂਆ ਮਜ਼ਦੂਰ ਕਹਿ ਲਓ, ਜਾਂ ਤੁਸੀਂ ਉਹਨਾਂ ਦੀ ਵਫਾਦਾਰ ਰਹੇ ਜੇ, ਇਸ ਕਰਕੇ ਸਰਕਾਰਾਂ ਤੁਹਾਨੂੰ ਐਡਜਸਟ ਕਰਦੀਆਂ। ਆਪਾਂ ਤਾਂ ਦੇਖਿਆ ਕਿ ਮਤਲਬ ਸੋ ਮਾਈ ਸੋ ਹਾਸੋ ਹੀ ਨਹੀਂ ਗੱਲ ਹੈ ਕਿ ਟਰੱਕ ਯੂਨੀਅਨ ਦੇ ਪ੍ਰਧਾਨਾਂ ਨੂੰ ਕਮਿਸ਼ਨਾਂ 'ਚ ਲਾਇਆ। ਜੀ ਜੀ। ਉਹਦੇ ਪਿਛਲੀ ਸਰਕਾਰ ਨੇ ਜਾਂਦਿਆਂ ਜਾਂਦਿਆਂ ਕਿਹਾ ਜੀ ਆਪਾਂ ਬੰਦੇ ਹੋਰ ਐਡਜਸਟ ਕਰਨੇ ਆ, ਤੇ ਆ ਜਿਹੜੇ ਕਮਿਸ਼ਨ ਨੇ ਨਾ, ਖਾਸ ਕਰਕੇ ਜਿਹੜਾ ਸਰਵਿਸ ਕਮਿਸ਼ਨ ਸੀ, ਉਹ 'ਚ ਪ੍ਰਪੋਜ਼ਲ ਦੇ ਦਿੱਤੀ ਕਿ 4-5 ਬੰਦੇ ਆਪਾਂ ਹੋਰ ਲਾਣੇ, ਜਦੋਂ ਐਕਟ ਹੀ ਬਦਲ ਦਿਓ। ਇੱਥੋਂ ਤੱਕ ਕਿ PPSC 'ਚ ਵੀ ਕਹਿੰਦੇ ਜੀ ਆਪਾਂ ਬੰਦੇ ਹੋਰ ਲਾ ਦੇਣੇ ਆ ਮੈਂਬਰ। ਉਹ ਫਿਰ ਕਿਸੇ ਨੇ ਦੱਸਿਆ ਕਿ ਜੀ PPSC ਦਾ ਐਕਟ ਜਿਹੜਾ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਆ, ਇਹ ਐਕਟ ਦੇ ਮਤਲਬ ਆਪਾਂ ਇਹ 'ਚ ਤਬਦੀਲੀ ਨਹੀਂ ਕਰ ਸਕਦੇ, ਤੇ ਤਾਂ ਜਾ ਕੇ ਟਲੇ। ਜੇ ਅਸੀਂ ਭਰਤੀ ਕਰਨੀ ਹੈ ਕਿ 2-2.5 ਲੱਖ ਰੁਪਇਆ 3 ਲੱਖ ਰੁਪਇਆ ਤਨਖਾਹ ਦੇਣੀ ਹੈ, ਕਿਉਂਕਿ ਅਸੀਂ ਕਿਸੇ MLA ਦੀ ਕਿਉਂਕਿ ਟਿਕਟ ਕੱਟਣੀ ਹੈ, ਤੇ ਉਹਨੂੰ ਆਪਾਂ ਇੱਥੇ ਐਡਜਸਟ ਕਰ ਦਈਏ, ਰੋਟੀ ਖਾਂਦਾ ਰਹੇਗਾ। ਤੇ ਜਾਂ ਵੀ ਕੋਈ ਅਫਸਰ ਸਾਡਾ ਬੜਾ ਵਫਾਦਾਰ ਹੈ ਤੇ ਇਹਨੂੰ ਲਾ ਦਈਏ, ਤੇ ਇਹ ਆਪਣੇ ਕੰਮ ਵੀ ਆਊਗਾ ਤੇ ਆਪਣਾ ਇਹ ਜਿਹੜਾ ਚੱਲਦਾ ਰਹੇਗਾ। ਤੇ ਫਿਰ ਇੱਕ ਮਾੜੀ ਗੱਲ ਹੈ, ਮਾੜੀ ਪ੍ਰਥਾ ਹੈਗੀ ਹੈ, ਇਹ ਠੀਕ ਨਹੀਂ ਹੈਗਾ। ਮਾੜੀ ਪ੍ਰਥਾ ਜਿਹੜਾ ਸਰ ਤੁਸੀਂ ਜ਼ਿਕਰ ਕਰ ਰਹੇ ਜੀ, ਇਟ ਮੀਨ ਕਿ ਕੁੱਲ ਮਿਲਾ ਕੇ ਤੇ ਸਾਡੀ ਡੈਮੋਕ੍ਰੇਸੀ ਦਾ ਨੁਕਸਾਨ ਹੀ ਆ ਉਹਦਾ, ਤੇ ਅਸੀਂ ਉਹਨੂੰ ਮਦੋਲ ਹੀ ਰਹੇ ਨਾ ਜੀ, ਜਿਹੜੀ ਮੂਲ ਭਾਵਨਾ ਹੈਗੀ ਸੰਵਿਧਾਨ ਦੀ। ਜੀ ਦੇਖੋ ਬਿਲਕੁਲ ਠੀਕ ਹੈਗਾ, ਕਿਉਂਕਿ ਡੈਮੋਕ੍ਰੇਸੀ ਨੂੰ ਤਾਂ ਅਸੀਂ ਪਹਿਲੇ ਕੈਪਸਾਈਜ਼ ਕਰ ਲਿਆ ਹੈਗਾ। ਅਸੀਂ ਇਲੈਕਸ਼ਨ ਸਿਸਟਮ ਤੋਂ ਤੁਸੀਂ ਚੱਲੋ ਕਿ ਸਾਡੀ ਡੈਮੋਕ੍ਰੇਸੀ ਦਾ ਮਨਸ਼ਾ ਕੀ ਹੈਗੀ ਹੈ, ਸਾਡੇ ਇਲੈਕਸ਼ਨ ਕਮਿਸ਼ਨ ਦੀ ਮਨਸ਼ਾ ਕੀ ਹੈਗੀ ਹੈ, ਸਟੇਟ ਇਲੈਕਸ਼ਨ ਕਮਿਸ਼ਨ ਦੀ ਮਨਸ਼ਾ ਕੀ ਹੈਗੀ ਹੈ। ਜਿਹੜੀ ਅਸੀਂ ਇੰਸਟੀਟਿਊਸ਼ਨ ਐਡੇ ਵੱਡੇ ਕ੍ਰੀਏਟ ਕੀਤੇ ਜਿਹੜੇ ਟੋਟਲ ਇੰਡੀਪੈਂਡੈਂਟ ਨੇ, ਜਿਹੜੇ ਸਰਕਾਰ ਨੂੰ ਬਿਲਕੁਲ ਵੀ ਜਵਾਬਦੇਹ ਨਹੀਂ ਹੈ, ਚਾਹੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਹੈਗਾ ਤੇ ਚਾਹੇ ਉਹ ਸੈਂਟਰਲ ਇਲੈਕਸ਼ਨ ਕਮਿਸ਼ਨ ਆ। ਸਟੇਟ ਇਲੈਕਸ਼ਨ ਕਮਿਸ਼ਨਾਂ ਦੀ ਤਾਂ ਹਾਲਤ ਆਪਾਂ ਦੇਖ ਹੀ ਲਈ ਹੈ ਕਿ ਵੀ ਈਵਨ ਸਟੇਟ ਕਮਿਸ਼ਨਰ ਜਿਹੜਾ ਹੈਗਾ ਉਹ ਇਲੈਕਸ਼ਨ ਤੱਕ ਵੀ ਉਹਨੂੰ ਪਤਾ ਨਹੀਂ ਹੈ, ਤੇ ਸਰਕਾਰ ਡਿਕਲੇਅਰ ਕਰਦੀ ਕਿ ਇਸ ਡੇਟ ਤੋਂ ਇਲੈਕਸ਼ਨ ਕਰਾਵਾਂਗੇ। ਇਹ ਹੋਇਆ ਸੈਂਟਰ ਦੇ ਵਿੱਚ ਵੀ ਇਹੀ ਹੋਇਆ। ਹੁਣ ਆ ਕੇ ਡਿਲੂਸ਼ਨ ਹੋਈ ਕਿ ਪਹਿਲਾਂ ਹੀ ਪਾਰਟੀ ਵਾਲਾ ਹਿੰਟ ਦੇ ਦਿੱਤਾ
ਕਿ ਸਾਡੀਆਂ ਆਹ ਡੇਟਾਂ ਹੋਣਗੀਆਂ ਲੋਕ ਸਭਾ ਇਲੈਕਸ਼ਨ ਦੀਆਂ, ਕਮਿਸ਼ਨ ਨੂੰ ਪਤਾ ਨਹੀਂ ਹੈ। ਕੁਐਸਚਨ ਤੇ ਕਿੰਤੂ ਪਰੰਤੂ ਹੋਏ। ਇਹਦਾ ਮਤਲਬ ਕਿ ਕਮਿਸ਼ਨ ਨੇ ਪਹਿਲੇ ਬਰੀਫਿੰਗ ਸਰਕਾਰ ਨੂੰ ਦੱਸ ਦਿੱਤੀ ਹੈ, ਸਰਕਾਰ ਨੂੰ ਪੁੱਛ ਲਿਆ ਹੈਗਾ ਸੀਕ੍ਰੇਟਲੀ ਕਿ ਤੁਹਾਨੂੰ ਕਿਹੜੀਆਂ ਡੇਟਾ ਸੂਟ ਕਰਦੀਆਂ, ਆਪਾਂ ਉੱਦਾਂ ਦੀਆਂ ਅਨਾਉਂਸ ਕਰ ਦਈਏ। ਇਹ ਜਿਹੜੇ ਐਡੇ ਵੱਡੇ ਪਾਵਰਫੁੱਲ ਇੰਸਟੀਟਿਊਸ਼ਨ ਨੇ, ਇਹਨਾਂ ਦੀ ਜਦੋਂ ਇੱਦਾਂ ਡੈਲੂਸ਼ਨ ਹੁੰਦੀ ਹੈ, ਈਵਨ RTI ਬਹੁਤ ਪਾਵਰਫੁੱਲ ਇੱਕ ਸੰਸਥਾ ਹੈਗੀ ਆ। ਡਾਕਟਰ ਮਨਮੋਹਨ ਸਿੰਘ ਦੀ ਬਹੁਤ ਵੱਡੀ ਦੇਣ ਸੀ। ਬਹੁਤ ਵੱਡੀ ਦੇਣ ਆ। ਅਤੇ ਇਹ ਜਿਹੜੀ ਇੰਸਟੀਟਿਊਸ਼ਨ ਨੂੰ ਅਸੀਂ ਇੱਦਾਂ ਇਸ ਢੰਗ ਦੇ ਨਾਲ ਡਾਇਲਿਊਟ ਕਰਾਂਗੇ ਤੇ ਇਹਦੇ ਨਾਲ ਡੈਮੋਕ੍ਰੇਸੀ ਹੀ ਡਾਇਲਿਊਟ ਹੁੰਦੀ ਹੈ, ਪਬਲਿਕ ਦੀ ਸਰਵਿਸ ਜਿਹੜੀ ਤੁਹਾਨੂੰ ਮਿਲਣੀ ਹੈ ਉਹ 'ਚ ਡਾਇਲੂਸ਼ਨ ਹੁੰਦੀ ਹੈ। ਤੇ ਇਹ ਸਿਸਟਮ ਜਿਹੜਾ ਹੈਗਾ ਇਹਦੇ 'ਚ ਜਿਹੜੀ ਹੈ ਨਿਗਾਰ ਆਉਂਦਾ ਤੇ ਆ ਚੁੱਕਾ ਹੈਗਾ। ਤਾਂ ਲੱਗਦਾ ਕਿ ਜੇ ਜਦੋਂ ਕਹਿੰਦੇ ਕਿ ਅਸੀਂ ਸੇਵਾ ਕਰਦੇ ਜੀ, ਸਮਾਜ ਦੀ ਸੇਵਾ, ਦੇਸ਼ ਦੀ ਸੇਵਾ, ਤੇ ਸੇਵਾ ਦੇ ਮਤਲਬ ਜੇ ਕਹੋ ਸਰਕਾਰ ਕਹੇ ਜੀ ਹਾਂ ਕਮਿਸ਼ਨ ਦਾ ਚੇਅਰਮੈਨ ਤੇ ਲੱਗ ਜਾਓ, ਗੱਡੀ ਵੀ ਤੁਹਾਡੀ ਹੋਣਗੇ, ਕੋਈ ਨੌਕਰੀ ਵੀ ਨਹੀਂ ਮਿਲੂਗਾ ਤੇ ਤੁਹਾਨੂੰ ਸੈਲਰੀ ਵੀ ਨਹੀਂ ਮਿਲੇਗੀ, ਫਿਰ ਸੇਵਾ ਸਟੈਂਡ ਕਰੇਗੀ ਜੀ? ਮੈਂ ਦੇਖੋ ਸਰਕਾਰ ਦੇ ਵਿੱਚ ਨਾ ਇੱਕ ਬੜਾ ਅਹੁਦਾ ਹੁੰਦਾ, ਸਰਕਾਰ ਨੂੰ ਤਾਂ ਕੋਈ ਨਹੀਂ ਛੱਡਣਾ ਚਾਹੁੰਦਾ। ਮੈਂ ਤਾਂ ਬਹੁਤ ਸਾਰੇ ਦੇਖੇ ਨੇ, ਖਾਸ ਕਰਕੇ ਪੁਲਿਸ ਡਿਪਾਰਟਮੈਂਟ 'ਚ ਕਈਆਂ ਨੇ ਬਾਅਦ ਦਰਖਾਸਤਾਂ ਦਿੱਤੀਆਂ ਕਿ ਜੀ ਮੈਨੂੰ ਤੁਸੀਂ ਰੱਖ ਲਓ, ਮੈਂ ਬਿਨ ਤਨਖਾਹਾਂ ਵੀ ਕੰਮ ਕਰਨ ਨੂੰ ਤਿਆਰ ਹਾਂ। ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਹੈ ਕਿ ਸਰਕਾਰ ਕਹਿੰਦੀ ਦੇਣਾ ਤੈਨੂੰ ਕੁਛ ਨਹੀਂ, ਤੂੰ ਲੱਗਣਾ ਚਾਹੁੰਦਾ, ਮੇਰਾ ਖਿਆਲ ਹੈ ਫਿਰ ਵੀ ਲੋਕ ਲੱਗ ਜਾਣਗੇ ਕਿਉਂਕਿ ਰਿਟਾਇਰ ਤੇ ਕੋਈ ਹੋਣਾ ਨਹੀਂ ਚਾਹੁੰਦਾ। ਆਪਾਂ ਦੇਖੇ ਨੇ ਇਸ ਸਰਕਾਰ 'ਚ ਵੀ, ਮਤਲਬ ਜਿਹੜੇ 75 ਸਾਲ ਦੇ ਬੰਦੇ ਆ, ਜਿਹੜੇ 80 ਸਾਲ ਦੇ ਬੰਦੇ, ਉਹ ਵੀ ਅਜੇ ਲੱਗੇ ਹੋਏ ਨੇ। ਤੇ ਪਹਿਲਾਂ ਤਾਂ ਇੱਕ ਬੜਾ ਸਾਡੇ ਬਿਊਰੋਕ੍ਰੇਸੀ, ਜਦੋਂ ਅਸੀਂ ਵੀ ਸਰਵਿਸ ਸੀਗੇ ਤੇ ਕਈ ਬੰਦੇ ਬਾਰੇ ਤੇ ਕਹਿੰਦੇ ਹੁੰਦੇ ਸੀ ਕਿ ਇਹ 'ਚ ਤਾਂ ਕੱਫੜ ਵੀ ਸਰਕਾਰ ਹੀ ਪਾਊਗੀ ਇੱਕ ਦਿਨ ਆ ਕੇ, ਇਹ ਤਾਂ ਰਿਟਾਇਰ ਹੋਇਆ। ਇੱਥੋਂ ਤੱਕ ਹਾਲਾਤ ਨੇ। ਮਤਲਬ ਜਿਹੜਾ ਸਿਸਟਮ ਆ, ਜਿਹੜੀ ਸਰਵਿਸ ਦੇ ਵਿੱਚ IAS IPS, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਸਰਕਾਰਾਂ ਦੇ ਨਾਲ ਮਿਲ ਕੇ ਚੱਲਣਾ ਹੈਗਾ, ਸਿਸਟਮ ਚੱਲਦਾ ਆ ਰਿਹਾ ਹੈਗਾ ਜੀ, ਜਦੋਂ ਦਾ ਦੇਸ਼ ਦੇ ਵਿੱਚ IAS IPS ਸਿਸਟਮ ਬਣਿਆ ਹੈਗਾ ਜੀ। ਦੇਖੋ ਜਿਹੜੀ ਬਿਊਰੋਕ੍ਰੇਸੀ ਹੈ, ਜਿਹੜੀ ਆਲ ਇੰਡੀਆ ਸਰਵਿਸ ਨੇ, ਅਸੀਂ ਡੈਫੀਨੇਟਲੀ ਇੱਕ ਪੋਲੀਟੀਕਲ ਸਿਸਟਮ ਦੇ ਅਧੀਨ ਕੰਮ ਕਰਦੇ ਹਾਂ, ਲੇਕਿਨ ਕੌਨਸਟੀਟਿਊਸ਼ਨ ਨੇ ਸਾਰਿਆਂ ਦੇ ਅਧਿਕਾਰ ਖੇਤਰ ਨੂੰ ਇੱਕ ਸੀਮਤ ਕੀਤਾ ਹੋਇਆ। ਉਸ ਜਿਹੜੀ ਰੇਖਾ ਹੈਗੀ ਆ ਉਸ ਨੂੰ ਅਸੀਂ ਕ੍ਰੋਸ ਸਾਨੂੰ ਨਹੀਂ ਕਰਨਾ ਚਾਹੀਦਾ। ਲੇਕਿਨ ਹੋ ਕੀ ਰਿਹਾ ਕਿ ਦੇਖੋ ਪੋਲੀਟੀਸ਼ੀਅਨ ਜਿਹੜਾ ਹੈਗਾ, ਸਾਡੀ ਅਸੈਂਬਲੀ ਹੈ ਕਾਨੂੰਨ ਘੜਨ ਵਾਲੀ ਇੱਕ ਸੰਸਥਾ ਹੈ, ਆਪਾਂ ਲਾ ਮੇਕਰ ਹੀ ਕਹਿੰਦੇ ਹਾਂ। ਉਹਨਾਂ ਨੇ ਲਾ ਬਣਾਉਣਾ ਤੇ ਬਿਊਰੋਕ੍ਰੇਸੀ ਨੇ ਲਾਗੂ ਕਰਨਾ ਹੈਗਾ। ਲੇਕਿਨ ਲਾ ਮੇਕਰ ਕਹਿੰਦਾ ਯਾਰ ਮੇਰੇ ਕੋਲ ਤਾਂ ਕੋਈ ਪਾਵਰ ਨਹੀਂ, ਇਹ ਜਿਹੜਾ ਬੰਦਾ DC ਲੱਗਾ ਇਹਦੇ ਕੋਲ ਬੜੀ ਪਾਵਰ ਹੈ। ਪੋਜੀਸ਼ਨ ਇਹ ਆ ਗਈ ਹੈ ਕਿ ਪੋਲੀਟੀਸ਼ੀਅਨ ਤੇ DC ਦਾ ਫੰਕਸ਼ਨ ਕਰਨਾ ਚਾਹੁੰਦਾ, ਤੇ ਬਹੁਤ ਸਾਰੇ ਜਿਹੜੇ ਬਿਊਰੋਕਰੈਟ ਨੇ ਉਹ ਕਹਿੰਦੇ ਯਾਰ ਸਾਡੇ ਕੋਲ ਤਾਂ ਕੋਈ ਪਾਵਰ ਨਹੀਂ ਹੈ, ਸਾਨੂੰ ਤਾਂ ਆਹ ਦੇਖੋ ਇੱਕ ਪੋਲੀਟੀਸ਼ੀਅਨ ਚੁਣ ਕੇ ਆਉਂਦਾ, ਚਾਹੇ ਉਹਦੀ ਕੋਈ ਵੀ ਕੁਆਲੀਫਿਕੇਸ਼ਨ, ਉਹੀ ਦਬਕੇ ਮਾਰੀ ਜਾਂਦਾ ਤੇ ਅਫਸਰ ਪੋਲੀਟਿਕਸ ਕਰਨਾ ਚਾਹੁੰਦੇ ਨੇ। ਅਸੀਂ ਇੱਕ ਦੂਜੇ ਦੇ ਰੋਲ ਦੇ ਵਿੱਚ ਇਸ ਢੰਗ ਨਾਲ ਇੰਟਰੂਡ ਕਰ ਗਏ ਹਾਂ ਕਿ ਅਸੀਂ ਇੱਕ ਐਸਾ ਸਿਸਟਮ ਕ੍ਰੀਏਟ ਕਰ ਲਿਆ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈਗਾ ਵੀ ਅਫਸਰ ਪੋਲੀਟਿਕਸ ਕਰਦੇ ਨੇ, ਪੋਲੀਟੀਸ਼ੀਅਨ ਅਫਸਰੀ ਕਰਦੇ ਨੇ। PM ਤੱਕ ਦੀ ਬਦਲੀ ਮੰਤਰੀ ਕਰ ਰਿਹਾ, ਜਿਹੜੀ ਕਿ ਡਾਇਰੈਕਟਰ ਦੇ ਬਸ ਦੀ ਜ਼ਿਲ੍ਹਾ ਲੈਵਲ ਦੇ ਅਫਸਰ ਦੇ ਅਧੀਨ ਆ। ਤੁਸੀਂ ਕਹਿੰਦੇ ਜਿਹੜਾ ਰੋਲ ਮਿਕਸਅਪ ਹੋ ਗਿਆ, ਮੇਰੇ ਵਰਗੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨੈਕਸਸ ਆ। ਦੇਖੋ ਨੈਕਸਸ ਤਾਂ ਹੈ ਹੀ ਹੈ ਪੂਰੇ ਹਿੰਦੁਸਤਾਨ 'ਚ, ਜਿਹਦੇ ਕਰਕੇ ਇਹ ਸਾਰੀ ਨਿਗਾਰ ਆਇਆ ਹੈਗਾ ਤੇ ਜਿਹਦੇ ਕਰਕੇ ਐਡਾ ਵੱਡਾ ਕਰਪਟ ਸਿਸਟਮ ਅਸੀਂ ਬਿਲਡ ਕਰ ਲਿਆ ਹੈਗਾ। ਪਹਿਲੇ ਹੁੰਦਾ ਸੀ ਕਿ ਛੋਟੇ ਮੋਟਾ ਜੀ ਅਫਸਰ ਕੋਈ ਰਿਸ਼ਵਤ ਲੈ ਗਿਆ, ਪਟਵਾਰੀ ਫੜਿਆ ਗਿਆ, ਹੋ ਸਕਦਾ ਕੋਈ ਵੱਡਾ ਅਫਸਰ ਵੀ ਫੜਿਆ ਗਿਆ ਹੋਏ। ਹੁਣ ਤਾਂ ਕੋਈ ਲੋੜ ਨਹੀਂ, ਐਡਾ ਛੋਟਾ ਕਰਪਸ਼ਨ ਤਾਂ ਬੇਵਕੂਫ ਲੋਕ ਕਰਦੇ ਨੇ। ਤੁਸੀਂ ਆਂਧਰਾ ਪ੍ਰਦੇਸ਼ ਦੇ ਰੈਡੀਜ਼ ਬ੍ਰਦਰ ਦਾ ਦੇਖ ਲਓ, ਸਾਡੇ ਇੱਥੇ ਮਾਫੀਆ, ਚਾਹੇ ਲਿਕਰ ਮਾਫੀਆ ਹੈਗਾ, ਚਾਹੇ ਮਾਈਨਿੰਗ ਦਾ ਮਾਫੀਆ ਹੈ, ਜਾਂ ਟਰਾਂਸਪੋਰਟ ਦਾ ਮਾਫੀਆ ਹੈ, ਜਾਂ ਇਨਫਰਾਸਟਰਕਚਰ ਦਾ ਮਾਫੀਆ ਹੈਗਾ, ਜਿਹਦੇ 'ਚ ਇਕੱਠਾ ਹੀ ਤੁਹਾਨੂੰ 500 1000 ਕਰੋੜ 2000 ਕਰੋੜ 10,000 ਕਰੋੜ ਆਉਣਾ ਹੈ। ਆਪਾਂ ਨੇ ਲੋਕਡਾਊਨ ਦੇ ਵਿੱਚ ਦੇਖਿਆ ਕਿ ਜਦ ਸਾਰੀ ਦੁਨੀਆ ਤੇ ਆਪਾਂ ਨੇ, ਪੰਜਾਬ ਵੀ ਇੱਕ ਪਹਿਲੀ ਸਟੇਟ ਸੀ ਜਿਹਨੇ ਕਿਹਾ ਵੀ ਆਪਾਂ ਨੇ ਬਹੁਤ ਇਹਨੂੰ ਕੋਵਿਡ ਨੂੰ ਠੀਕ ਕਰਨਾ, ਤੇ ਆਪਾਂ ਨੇ ਕਰਫਿਊ ਲਾ ਦਿੱਤਾ। ਚੰਗੀ ਗੱਲ ਹੈ, ਅਸੀਂ ਸੋਚਿਆ ਚੰਗਾ ਫੈਲਾਅ ਨਹੀਂ ਹੋਏਗਾ। ਪਰ ਜੇ ਤੁਸੀਂ ਕਰਫਿਊ ਲਾ ਕੇ ਸੜਕਾਂ ਖੁੱਲ੍ਹੀਆਂ ਛੱਡ ਦੋਗੇ ਕਿ ਲਿਕਰ ਦਾ ਮਾਫੀਆ ਹੀ ਉੱਥੋਂ ਹੁਣ ਲੰਘੇਗਾ ਤੇ ਉਹ ਲਿਕਰ ਵੇਚੇਗਾ ਬਹੁਤ ਭਾਰੀ ਮਤਲਬ ਮਾਤਰਾ ਦੇ ਵਿੱਚ, ਜਿਹੜਾ ਆਪਾਂ ਦੇਖਿਆ। ਮੈਂ ਤਾਂ ਸੁਣਿਆ ਕਿ ਉੱਥੋਂ ਫੈਕਟਰੀ ਫੜੇਗੀ, ਉੱਥੋਂ ਫੈਕਟਰੀ ਫੜੇਗੀ। ਜਦ ਕਰਫਿਊ ਲੱਗਿਆ ਹੋਇਆ ਤੇ ਇੰਨੀ ਭਾਰੀ ਮਾਤਰਾ 'ਚ ਸ਼ਰਾਬ ਚੁੱਕ ਕੇ ਗੱਡੀਆਂ ਕਿੱਥੇ ਜਾਂਦੀਆਂ ਪਈਆਂ, ਕਿਹਨੂੰ ਵੰਡਦੇ ਪਏ ਨੇ, ਤੇ ਉਹਦੇ 'ਚ ਕਿੰਨਾ ਪੈਸਾ ਇਨਵੋਲਵ ਹੋਇਆ ਜਾਂ ਨਹੀਂ ਹੋਇਆ, ਇਹ ਸਾਰੀਆਂ ਚੀਜ਼ਾਂ ਇਸ ਮੈਟਰ ਆਫ ਇਨਵੈਸਟੀਗੇਸ਼ਨ। ਮਤਲਬ ਕਿ
ਜਿਹੜਾ ਸਾਡਾ ਇਸ ਇਹ 'ਚ ਨੈਕਸਸ ਹੈ ਤੇ ਮਾਫੀਆ ਹੀ ਹੈ। ਮਾਫੀਆ, ਜਿਹੜੇ ਕਿਸੇ ਬੰਦੇ ਦੀ ਹਿੰਮਤ ਹੈ ਕਿ ਇਦਾਂ ਲੈ ਜੇ ਸ਼ਰਾਬ। ਮਤਲਬ ਜਿਹੜੇ ਸਾਡੇ ਡਿਸਟ੍ਰਿਕਟ ਲੈਵਲ ਦੇ ਆਫਿਸਰ, ਚਾਹੇ ਡੀਸੀਓ, ਚਾਹੇ ਐਸਐਸਪੀ ਹੋਣ, ਚਾਹੇ ਉਸ ਤੋਂ ਉੱਪਰ ਡਿਵੀਜ਼ਨ ਲੈਵਲ ਦੇ ਜਿਹੜੇ ਆਫਿਸਰ ਹੋਣ, ਮਤਲਬ ਕਿ ਸਿਸਟਮ ਦੇ ਵਿੱਚ ਹੋਰ ਆ ਜਿਹੜੀ ਗਿਰਾਵਟ ਆਈ ਹੈ ਇਸ ਸੈਕਟਰ ਦੇ ਵਿੱਚ। ਮਤਲਬ ਇਸ IAS IPS ਅਫਸਰ ਜਿਹੜੀ ਇਸ ਸਰਵਿਸ ਦੇ ਵਿੱਚ ਵੀ ਕਾਫੀ ਡੈਡੀਕੇਸ਼ਨ ਜਿਹੜੀ ਕੰਟਰੀ ਪ੍ਰਤੀ ਜਾਂ ਲੋਕਾਂ ਪ੍ਰਤੀ ਉਹ ਲੱਗਦਾ ਕਿ ਬਹੁਤ ਜ਼ਿਆਦਾ ਘਟੀ ਹੈ। ਦੇਖੋ ਘਟਣ ਦਾ ਤਾਂ ਇਹ ਹੈਗਾ ਕਿ ਜਿਸ ਦਿਨ ਅਸੀਂ ਸਰਵਿਸ ਜੁਆਇਨ ਕਰਦੇ ਹਾਂ ਪਹਿਲੇ ਦਿਨ ਸਾਨੂੰ ਖੜੇ ਕਰਕੇ ਇੱਕ ਸੰਵਿਧਾਨ ਦੀ ਸ਼ਪਥ ਜਿਹੜੀ ਸਾਡੇ ਹੱਥ 'ਚ ਫੜਾਈ ਜਾਂਦੀ ਹੈ ਅਤੇ ਬੋਲ ਬੋਲ ਕੇ ਸਾਨੂੰ ਸਹੁੰ ਚੁਕਾਈ ਜਾਂਦੀ ਹੈ। ਉਹ ਜਿਹੜੀ ਵਚਨਬੱਧਤਾ ਹੈਗੀ ਹੈ ਸੰਵਿਧਾਨ ਦੇ ਪ੍ਰਤੀ, ਉਹ ਉੱਥੇ ਆਪਾਂ ਚੁੱਕੀ ਅਤੇ ਉਹ ਚੈਪਟਰ ਉੱਥੇ ਖਤਮ ਹੋ ਗਿਆ। ਅਸੀਂ ਕਦੀ ਉਸ ਨੂੰ ਲਾਗੂ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਚਲੋ ਹੋ ਸਕਦਾ ਕਈ ਲੋਕ ਮੈਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ। ਸਾਡੇ ਸੰਵਿਧਾਨ 'ਚ ਕੌਨਸਟੀਟਿਊਸ਼ਨ 'ਚ ਵਚਨਬੱਧਤਾ ਸੀਗੀ ਕਿ ਅਸੀਂ ਜਿਹੜੇ ਸੋਸ਼ਲੀ ਅਤੇ ਇਕਨੋਮਿਕਲੀ ਡਿਪਰੈਸ ਲੋਕ ਆ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ, ਵਿਧਾਨ ਪਾਲਿਕਾ ਦੇ ਵਿੱਚ ਵੀ ਅਤੇ ਸੰਸਦ ਦੇ ਵਿੱਚ ਵੀ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣਾ, ਇਹਨਾਂ ਨੂੰ ਪ੍ਰੈਫਰੈਂਸ ਦੇਣੀ ਹੈ, ਇਹਨੂੰ ਰਿਜ਼ਰਵੇਸ਼ਨ ਦੇਣੀ ਹੈ ਅਤੇ 10 ਸਾਲਾਂ 'ਚ ਅਸੀਂ ਇਹਨਾਂ ਨੂੰ ਦੂਜੇ ਲੋਕਾਂ ਦੇ ਬਰਾਬਰ ਕਰ ਦੇਣਾ ਅਤੇ ਫਿਰ ਇਹਨੂੰ ਖਤਮ ਵੀ ਕਰ ਦੇਣਾ। ਇਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ 'ਚ ਲਿਖਿਆ ਹੈ। ਉਸੇ ਕੌਨਸਟੀਟਿਊਸ਼ਨ ਦੀ ਸਹੁੰ ਚੁੱਕ ਕੇ ਜਦੋਂ ਅਸੀਂ ਆਉਂਦੇ ਹਾਂ ਅਤੇ ਉਸੇ ਚੀਜ਼ ਨੂੰ ਅਸੀਂ ਠੇਸ ਮਾਰੀ, ਉਸ ਨੂੰ ਲਾਗੂ ਨਹੀਂ ਹੋਣ ਦਿੱਤਾ ਕਦੀ ਵੀ। ਅੱਜ 70 ਸਾਲ ਹੋ ਗਏ ਨੇ ਔਰ ਮੈਂ ਚੀਫ ਸੈਕਟਰੀ ਲੈਵਲ ਦੇ ਬੰਦੇ ਵੀ ਮੀਟਿੰਗਾਂ ਦੇ ਵਿੱਚ ਰਿਜ਼ਰਵੇਸ਼ਨ ਨੂੰ ਅਪੋਜ਼ ਕਰਦੇ ਦੇਖੇ, ਸਰਕਾਸਟਿਕ ਰਿਮਾਰਕ ਦਿੰਦੇ ਦੇਖੇ। ਜਿਹੜੇ ਇਹਨਾਂ ਲੋਕਾਂ 'ਚੋਂ ਸਰਵਿਸ 'ਚ ਆਏ ਉਹਨਾਂ ਦੇ ਪ੍ਰਤੀ ਮੰਦ ਭਾਵਨਾ ਰੱਖਦੇ ਦੇਖੇ ਅਤੇ ਬੋਲਦੇ ਵੀ ਦੇਖੇ। ਔਰ ਅੱਜ ਤੱਕ 70 ਸਾਲ ਦੇ ਵਿੱਚ ਵੀ ਜਿਹੜੀਆਂ ਕਲਾਸ 1 ਸਰਵਿਸਿਜ਼ ਨੇ, ਤੁਸੀਂ ਤਾਂ ਡਾਟਾ ਕੱਢ ਕੇ ਦੇਖ ਲਓ, 2 ਜਾਂ 3% ਤੋਂ ਵੱਧ ਇਹਨਾਂ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲਿਆ, ਜਿਹੜਾ ਕਿ 15 ਅਤੇ 7 22 ਮਿਲਣਾ ਚਾਹੀਦਾ ਸੀਗਾ। ਅੱਜ ਵੀ ਗੌਰਮੈਂਟ ਆਫ ਇੰਡੀਆ 'ਚ 1 ਜਾਂ 2 ਸੈਕਟਰੀ ਨੂੰ ਛੱਡ ਕੇ ਕੋਈ ਬੰਦਾ ਇਹਨਾਂ 'ਚੋਂ ਨਹੀਂ ਹੈਗਾ। ਡਾਊਨ ਦਾ ਲਾਈਨ ਇਹ ਪੂਰੀ ਨਹੀਂ ਹੋਈ। ਮੈਂ ਇੱਕ ਚੀਫ ਸੈਕਟਰੀ ਰਿਟਾਇਰ ਹੋਇਆ ਮਹਾਤਮਾ ਗਾਂਧੀ ਇੰਸਟੀਚਿਊਟ 'ਚ, ਮੈਂ ਉਹਨੂੰ ਇੱਕ ਮੀਟਿੰਗ 'ਚ ਬੋਲਦੇ ਦੇਖਿਆ। ਕੋਈ ਚੱਲ ਰਿਹਾ ਸੀਗਾ ਪ੍ਰੋਗਰਾਮ ਵੀ ਕੋਈ ਗੌਰਮੈਂਟ ਆਫ ਇੰਡੀਆ ਦੀ ਟ੍ਰੇਨਿੰਗ ਸੀਗਾ। ਉਹ ਪਤਾ ਕੀ ਕਹਿੰਦਾ ਰਿਜ਼ਰਵੇਸ਼ਨ ਦੀ ਗੱਲ, ਉਹ ਯਾਰ ਇਹਨੂੰ ਹੁਣ ਬੰਦ ਕਰੋ, ਕਿੰਨੀ ਕੁ ਚਿਰ ਚੱਲਦੇ ਰਹੋਗੇ। ਉਹ ਲੋਕ ਜਿਨ੍ਹਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ, ਸੰਵਿਧਾਨ ਦੇ ਅਧੀਨ ਉਹਨਾਂ ਨੂੰ ਏਡੇ ਏਡੇ ਵੱਡੇ ਅਹੁਦੇ ਮਿਲੇ, ਉਦੋਂ ਐਡੀ ਬੇਸ਼ਰਮੀ ਦੇ ਨਾਲ ਇਹ ਗੱਲਾਂ ਪਬਲਿਕਲੀ ਅਤੇ ਮੀਟਿੰਗਾਂ 'ਚ ਕਹਿਣ, ਉਹਨਾਂ ਦੇ ਇਹਦਾ ਮਤਲਬ ਕਿ ਉਹਨਾਂ ਦੀ ਸੰਵਿਧਾਨ ਦੇ ਪ੍ਰਤੀ ਕੋਈ ਵੀ ਵਚਨਬੱਧਤਾ ਨਹੀਂ ਹੈਗੀ। ਸਰ ਇਹ ਜਿਹੜਾ ਇਸ਼ੂ ਉੱਠਿਆ, ਤੁਹਾਨੂੰ ਲੱਗਦਾ ਕਿ ਜਿਹੜੀ ਡੈਡੀਕੇਸ਼ਨ ਦੀ ਗੱਲ ਹੈ ਜਾਂ ਸੰਵਿਧਾਨ ਦੀ ਅਸੀਂ ਨਹੀਂ ਇੱਜ਼ਤ ਕਰ ਰਹੇ ਜਾਂ ਸੰਵਿਧਾਨ ਨੂੰ ਅਸੀਂ ਇਗਨੋਰ ਕਰ ਰਹੇ ਨੇ, ਇਹ ਇੰਡੀਅਨ ਆਫਿਸਰ ਜੋ ਮੰਨ ਲਓ ਕਿ ਜਿਸ ਪਹਿਲਾਂ ਕਹਿੰਦੇ ਅੰਗਰੇਜ਼ਾਂ ਵੇਲੇ ICSE IP ਆਫਿਸਰ, ਉਹ ਅੰਗਰੇਜ਼ ਅਫਸਰਾਂ ਦੀ ਜ਼ਿਆਦਾ ਲੋਕਾਂ ਪ੍ਰਤੀ ਵਫਾਦਾਰੀ ਸੀ ਜੀ, ਜਾਂ ਲੋਕਾਂ ਦੇ ਨਾਲੋਂ ਜ਼ਿਆਦਾ ਘੁਲ ਮਿਲਦੇ ਸੀ। ਅੱਜ ਕੱਲ੍ਹ ਦੇ ਜਿਹੜੇ ਅਫਸਰ ਹੈਗੇ ਨੇ ਇਹਦੇ ਹਾਜ਼ਰੀਆਂ ਭਰਦੇ ਨੇ ਸਿਆਸੀ ਲੋਕਾਂ ਦੇ, ਵੀ ਸਿਆਸੀ ਲੋਕ ਹੀ ਇਹਨਾਂ ਨੂੰ SSP ਲਾਉਂਦੇ ਨੇ, ਸਿਆਸੀ ਲੋਕ ਹੀ ਇਹਨਾਂ ਨੂੰ DC ਲਾਉਂਦੇ ਨੇ, ਸਿਆਸੀ ਲੋਕ ਹੀ ਇਹਨਾਂ ਨੂੰ ਚੀਫ ਸੈਕਟਰੀ ਲਾਉਂਦੇ ਨੇ, ਸਿਆਸੀ ਲੋਕ ਹੀ ਇਹਨਾਂ ਨੂੰ ਹੋਮ ਸੈਕਟਰੀ ਲਾਉਂਦੇ, ਸਿਆਸੀ ਲੋਕ ਹੀ ਇਹਨਾਂ ਨੂੰ DGP ਲਾਉਂਦੇ ਹੈਗੇ ਨੇ। ਉਹ ਤੁਹਾਨੂੰ ਲੱਗਦਾ ਕਿ ਅਫਸਰਾਂ ਦੀ ਜਿਹੜੀ ਅੰਗਰੇਜ਼ਾਂ ਅਫਸਰਾਂ ਦੀ ਨਾਲ ਅਸੀਂ ਤੁਲਨਾ ਕਰੀਏ ਤਾਂ ਸਾਡੇ ਜਿਹੜੇ ਭਾਰਤੀ ਅਫਸਰ ਹੈਗੇ ਨੇ ਇਹਨਾਂ ਦੀ ਜਿਹੜੀ ਵਫਾਦਾਰੀ ਹੈ ਸਿਆਸੀ ਲੋਕਾਂ ਨਾਲ ਜ਼ਿਆਦਾ। ਦੇਖੋ ਜਿੱਥੋਂ ਤੱਕ ਵਚਨਬੱਧਤਾ ਦਾ ਹੈਗਾ, ਚਾਹੇ ਗੋਰੇ ਲੋਕਾਂ ਦਾ ਆਪਣਾ ਇੰਟਰਸਟ ਸੀਗਾ ਕਿ ਅਸੀਂ ਇਹਨਾਂ ਦੇਸ਼ਾਂ 'ਤੇ, ਇਹਨਾਂ ਕਲੋਨੀਆਂ 'ਤੇ ਲੰਬੇ ਸਮੇਂ ਲਈ ਰਾਜ ਕਰਨਾ ਅਤੇ ਕਦੀ ਵੀ ਨਹੀਂ ਜਾਣਾ, ਉਹਨਾਂ ਦੀ ਮਨਸ਼ਾ ਸੀ ਕਦੀ ਵੀ ਨਹੀਂ ਜਾਣਾ। ਉਹ ਵੱਖਰੀ ਗੱਲ ਕਿ World War II ਤੋਂ ਬਾਅਦ ਜਾਣਾ ਪਿਆ, ਕਹਿੰਦੇ ਉਹਨਾਂ ਦਾ ਦਿਲ ਵੀ ਲੱਗ ਗਿਆ, ਦਿਲ ਵੀ ਲੱਗ ਗਿਆ ਸੀ। ਉਹਨਾਂ ਦੀ ਵਚਨਬੱਧਤਾ ਦੀ ਮੈਂ ਤੁਹਾਨੂੰ ਇੱਕ ਮਿਸਾਲ ਦਿਆਂਗਾ ਕਿ 1876 ਦੇ ਕਰੀਬ ਮੈਂ ਕਿਤਾਬ ਪੜ੍ਹੀ ਹੁਣੇ, ਇੱਕ ਕਮਿਸ਼ਨਰ ਸੀਗਾ, ਉਹ ਨੌਨ ICS ਅਫਸਰ ਸੀ, ICS ਦੀ ਸਰਵਿਸ ਸ਼ੁਰੂ ਹੋਣ ਤੋਂ ਪਹਿਲੇ ਵਾਲਾ ਅਫਸਰ ਸੀਗਾ ਉਹ। ਉਸ ਵੇਲੇ ਫਾਈਨੈਂਸ਼ੀਅਲ ਕਮਿਸ਼ਨਰ ਸੀ। ਉਸ ਵੇਲੇ 2 ਪੋਸਟਾਂ ਹੋਇਆ ਕਰਦੇ ਸੀ FCR ਦੀਆਂ, FCR 1 ਅਤੇ FCR 2। ਉਹਦੇ ਪੋਸਟਾਂ ਚੀਫ ਸੈਕਟਰੀ ਤੋਂ ਵੀ ਉੱਪਰ ਮੰਨੀਆਂ ਜਾਂਦੀਆਂ ਸੀਗਾ। ਉਹ ਆਪਣੀ ਕਿਤਾਬ 'ਚ ਲਿਖਦਾ, ਮੈਂ ਰੀਸੈਂਟਲੀ ਪੜ੍ਹੀ ਹੈ, ਕਹਿੰਦਾ ਕਿ ਜਦੋਂ ਇੱਥੇ 1876 ਦੇ ਕਰੀਬ ਹੈਜਾ ਫੈਲਿਆ ਸੀ ਸੈਂਟਰਲ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ, ਮਿੰਟਗੁਮਰੀ, ਲਾਹੌਰ 'ਚ, ਗੁਜਰਾਂਵਾਲੇ 'ਚ, ਸਿਆਲਕੋਟ। ਉਹ ਕਹਿੰਦਾ ਕਿ ਮੈਨੂੰ ਖਬਰ ਮਿਲੀ ਕਿ DC ਗੁਜਰਾਂਵਾਲਾ ਜਿਹੜਾ ਕਿ ਵਾਈਟ ਮੈਨ ਸੀ, ਗੋਰਾ ਸੀਗਾ, ਅਤੇ ਉਸ ਨੂੰ ਵੀ ਹੈਜਾ ਹੋ ਗਿਆ। ਉਹ ਕਹਿੰਦਾ ਕਿ ਮੈਂ ਨਾ ਉੱਥੇ ਮੈਨੂੰ ਪਤਾ ਲੱਗਾ ਵੀ ਸਿਵਲ ਸਰਜਨ ਵੀ ਪੋਸਟਡ ਨਹੀਂ ਹੈਗਾ, ਬਾਕੀ ਤਾਂ ਟੀਮਾਂ ਜਿੰਨਾ ਕੋਈ ਹੈਲਥ ਮਹਿਕਮਾ ਕੰਮ ਕਰਦਾ, ਅਤੇ ਮੈਂ ਕਹਿੰਦਾ ਸਿਵਲ ਸਰਜਨ ਲਾਹੌਰ ਨੂੰ ਕੰਟੈਕਟ ਕੀਤਾ ਕਿ ਮੈਂ ਕਿਹਾ ਕਿ ਤੂੰ ਉੱਥੇ ਜਾ,
ਆਪ ਕਹਿੰਦਾ ਮੈਂ ਉਹਨੂੰ ਗੱਡੀ ਦਾ ਚੈੱਕ ਕੀਤਾ ਵੀ ਕਿਹੜੀ ਗੱਡੀ ਜਾਂਦੀ, ਉਸ ਵੇਲੇ ਤਾਂ ਹੋਰ ਕੋਈ ਟਰਾਂਸਪੋਰਟ ਹੈ ਨਹੀਂ ਸੀਗੀ, ਤੇ ਕਹਿੰਦੇ ਗੱਡੀ ਹੁਣ ਸ਼ਾਮ ਦਾ ਵੇਲਾ ਹੋ ਗਿਆ ਹੋਰ ਹੈ ਨਹੀਂ, ਸ਼ਡਿਊਲ ਟ੍ਰੇਨ ਨਹੀਂ ਹੈ। ਉਹ ਕਹਿੰਦਾ ਮੈਂ ਰੇਲਵੇ ਅਥਾਰਟੀ ਨੂੰ ਕੰਟੈਕਟ ਕਰਕੇ ਤੇ ਉਹਨਾਂ ਨੂੰ ਕਿਹਾ ਵੀ ਸਾਨੂੰ ਸਿਵਲ ਸਰਜਨ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਡੀਸੀ ਨੂੰ ਹੈਜਾ ਹੋਇਆ ਹੈ। ਉੱਥੋਂ ਕਹਿੰਦਾ ਅਸੀਂ ਇੱਕ ਅਰੇਂਜਮੈਂਟ ਕੀਤਾ ਕਿ ਇੱਕ ਇੰਜਨ ਖਾਲੀ ਇੰਜਨ ਤੇ ਬੈਠ ਕੇ ਸਿਵਲ ਸਰਜਨ ਚਲਾ ਜਾਏਗਾ। 40-50 ਕਿਲੋਮੀਟਰ ਦਾ ਰਸਤਾ ਹੈ ਸ਼ਾਇਦ ਲਾਹੌਰ ਤੋਂ ਗੁਜਰਾਂਵਾਲੇ ਦਾ, ਜ਼ਿਆਦਾ ਨਹੀਂ ਆ। ਕਹਿੰਦਾ ਜਦ ਮੈਂ ਉਹਨੂੰ ਆਪ ਨਾਲ ਲੈ ਕੇ ਗਿਆ, ਇੰਜਨ ਤੇ ਬਿਠਾਇਆ, ਤੇ ਮੈਨੂੰ ਤਾਰ ਆ ਗਈ ਕਿ ਉਹ ਡੈਥ ਹੋ ਗਈ ਹੈ। ਹੁਣ ਤੁਸੀਂ ਇਹਦੇ ਕੌਨਸੀਕੁਐਂਸਿਸ ਦੇਖੋ ਕੀ ਨੇ। ਉਹ ਇੱਕ ਗੋਰਾ ਬੰਦਾ ਆ, ਇੰਗਲੈਂਡ ਤੋਂ ਆਇਆ, ਉਸ ਦੀ ਵਚਨਬੱਧਤਾ ਦੇਖੋ ਆਪਣੇ ਲੋਕਾਂ ਦੇ ਪ੍ਰਤੀ ਕੀ ਹੈਗੀ ਹੈ। ਇਹਦਾ ਮਤਲਬ ਕਿ ਲੋਕਾਂ ਦੇ ਵਿੱਚ ਉਹ ਜਾ ਰਿਹਾ ਹੈਗਾ, ਜਾ ਰਿਹਾ, ਤਾਂ ਹੀ ਉਸ ਨੂੰ ਇਨਫੈਕਸ਼ਨ ਕੈਰੀ ਕੀਤਾ, ਉਦੋਂ ਆਪਣੀ ਡਿਊਟੀ ਦੀ ਕਾਲ ਕਰਦੇ ਹੋਏ ਮਰ ਗਿਆ ਹੈਗਾ। ਅੱਜ ਅਸੀਂ ਕਰੋਨਾ ਪੂਰੇ ਹਿੰਦੁਸਤਾਨ 'ਚ ਹੈ, ਸਾਡੇ ਦੇ ਪੰਜਾਬ 'ਚ ਵੀ ਹੈਗਾ। ਤੁਸੀਂ ਮੀਡੀਆ ਬਹੁਤ ਕਵਰ ਕੀਤਾ, ਬਹੁਤ ਸੋਹਣੇ ਤੁਸੀਂ ਕਵਰ ਕਰਦੇ ਹੋ। ਤੁਸੀਂ ਇੱਕ ਵੀ ਦੱਸ ਦਿਓ ਕਿ ਡਿਪਟੀ ਕਮਿਸ਼ਨਰ ਜਾਂ ਉਸ ਤੋਂ ਉੱਚ ਅਧਿਕਾਰੀ, ਸਵਾਏ ਵਿਚਾਰੇ ਤਹਿਸੀਲਦਾਰ ਦੂਜੇ ਤੀਜੇ ਜਿਹੜੇ ਕਮਿਸ਼ਨ ਕਰਨੇ ਫਿਰਦੇ, ਕੋਈ ਬੰਦਾ ਹਸਪਤਾਲ 'ਚ ਵਿਜ਼ਿਟ ਕਰਦਾ ਤੁਸੀਂ ਕਵਰ ਕੀਤਾ? ਨਹੀਂ, ਕੋਈ ਦੇਖੇ ਨਹੀਂ, ਦਫ਼ਤਰਾਂ 'ਚ ਬਾਹਰ ਨਹੀਂ ਨਿਕਲਦੇ ਅਫਸਰ। ਤੁਸੀਂ ਕੋਈ ਪੋਲੀਟੀਸ਼ੀਅਨ ਹਸਪਤਾਲ 'ਚ ਵਿਜ਼ਿਟ ਕਰਦਾ ਦੇਖਿਆ? ਉੱਪਰ ਮੰਤਰੀ ਦੇਖੇ? ਸਿਰਫ ਫੇਸਬੁੱਕ ਤੇ ਟਵਿੱਟਰ ਤੇ ਗੱਲਾਂ ਕਰਦੇ ਤਾਂ ਆਪਾਂ ਰੋਜ਼ ਵੇਖਦੇ ਹਾਂ। ਸਾਡੀ ਵਚਨਬੱਧਤਾ ਕੀ ਹੈਗੀ ਹੈ? ਅਸੀਂ ਉਹਨਾਂ ਲੋਕਾਂ ਨੂੰ ਕੋਸਦੇ ਹਾਂ ਕਿ ਅਸੀਂ ਗੁਲਾਮ, ਉਹਨਾਂ ਦੀ ਵਚਨਬੱਧਤਾ ਤੇ ਅੱਜ ਸਾਡੀ ਵਚਨਬੱਧਤਾ, ਜਿਹੜੇ ਅਸੀਂ ਦੇਸੀ ਹਾਂ ਔਰ ਅਸੀਂ ਕਹਿੰਦੇ ਸੰਵਿਧਾਨ ਸਾਡਾ, ਦੇਸ਼ ਸਾਡਾ, ਨੇਸ਼ਨ ਸਾਡਾ, ਅਸੀਂ ਉਹਦੀ ਸਹੁੰ ਚੁੱਕਦੇ ਹਾਂ, ਤੇ ਅਸੀਂ ਲੋਕਾਂ ਦੀ ਸੇਵਾ ਕਿੱਥੇ ਕਰਦੇ ਪਏ ਹਾਂ? ਮੈਂ ਤਾਂ ਰੇਲਵੇ ਸੀਗਾ, ਇੱਕ ਵਾਰੀ ਕਿਸੇ ਟ੍ਰੇਨੀ ਕਰਦੇ ਸੀ, ਟ੍ਰੇਨੀ ਨੇ ਪੁੱਛਿਆ ਸਰ ਵਟ ਡਜ਼ ਰੇਲਵੇ ਐਕਸਪੈਕਟ ਫਰੋਮ ਮੀ? ਉਹ ਕਹਿੰਦਾ ਰੇਲਵੇ ਐਕਸਪੈਕਟ ਯੂ ਟੂ ਡਾਈ ਔਨ ਡਿਊਟੀ। ਇਕੱਲਾ ਸੈਨਿਕ ਹੀ ਬਾਰਡਰ 'ਤੇ ਨਹੀਂ ਮਰਨਾ, ਅਸੀਂ ਸਾਰੇ, ਸਾਡੀ ਵਚਨਬੱਧਤਾ ਹੈ ਟੂ ਡਾਈ ਔਨ ਡਿਊਟੀ। ਅਸੀਂ ਉਹ ਵਚਨਬੱਧਤਾ ਕਿੰਨੀ ਕੁ ਨਿਭਾਈ ਹੈ? ਵੈਸੇ ਕੁਛ ਕਹਿੰਦੇ ਕਿ ਤੁਸੀਂ ਅੱਜ ਇੰਟਰਵਿਊ ਕਰ ਰਹੇ ਹੋ ਬਹੁਤ ਜ਼ਿਆਦਾ, ਮੈਂ ਕਹਾਂਗਾ ਲੋਕ ਕਹੇਗੇ ਯਾਰ ਆਪਣੀ ਪ੍ਰੇਜ਼ ਕਰੀ ਜਾ ਰਿਹਾ। ਮੈਨੂੰ ਯਾਦ ਹੈ ਕਿ 88 ਦੇ ਟਾਈਮ 'ਤੇ ਜਦ ਫਲੱਡ ਆਏ ਸੀਗੇ, ਮੈਨੂੰ ਇਹ ਪਤਾ ਲੱਗਿਆ ਕਿ ਸਾਡਾ ਤਲਵੰਡੀ ਕੂਕਾ ਜਿਹੜਾ ਬੰਨ੍ਹ ਹੈ, ਉੱਥੋਂ ਗੁਰਦਾਸਪੁਰ ਵਾਲੀ ਸਾਈਡ 'ਚ ਅੰਦਰ ਕੁਝ ਲੋਕ ਫਸੇ ਹੋਏ ਨੇ। ਮੈਂ ਡਿਸਟ੍ਰਿਕਟ ਮੈਜਿਸਟਰੇਟ ਦੀ ਪ੍ਰਵਾਨਗੀ ਲੈ ਕੇ ਆਰਮੀ ਦਾ ਕਾਲਮ ਲੈ ਕੇ ਗਿਆ, ਔਰ ਉਸ ਵੇਲੇ ਸਾਡੇ ਕੋਲ ਮਹਿੰਦਰਾ ਜੀਪ ਹੁੰਦੀ ਸੀਗੀ, ਮੇਰਾ ਡਰਾਈਵਰ ਖੁਦ ਕਿਸ਼ਤੀ ਲੈ ਕੇ ਗਿਆ ਅੰਦਰ, ਔਰ ਰਾਤ ਦਾ ਟਾਈਮ ਸੀਗਾ, ਬੜੀ ਦੇਰ ਤੱਕ ਵਾਪਸ ਨਹੀਂ ਆਇਆ। ਮੈਂ ਜੀਪ ਦੇ ਡਾਲੇ 'ਚ ਸੌਂ ਕੇ ਰਾਤ ਕੱਟੀ ਸੀਗੀ। ਮੇਰਾ ਇਹ ਖਿਆਲ ਹੈ ਕਿ ਸਾਡੀ ਵਚਨਬੱਧਤਾ ਜਿਹੜੀ ਹੈਗੀ ਆ, ਇਹ ਅਹੁਦੇ ਬੜੇ ਵੱਡੇ ਨੇ, SDM ਹੈ, DC ਹੈ, ਲੇਕਿਨ ਸਾਨੂੰ ਲੋਕਾਂ ਦੇ ਲੈਵਲ ਤੱਕ ਪਹੁੰਚ ਕੇ, ਉਹਨਾਂ ਨਾਲ ਰੈਪਿਡ ਕਾਇਮ ਕਰਕੇ, ਉਹਨਾਂ ਦੀ ਗੱਲਬਾਤ ਸੁਣ ਕੇ, ਉਹਨਾਂ ਦੇ, ਮੈਂ ਕਹਿੰਦਾ ਸਾਰਾ ਕੁਝ ਨਹੀਂ ਕਰ ਸਕਦਾ DC ਕੋ ਰੱਬ ਨਹੀਂ ਲੱਗਾ, ਲੇਕਿਨ DC ਦੇ ਵਿੱਚ ਵਿਸ਼ਵਾਸ ਬਹੁਤ ਹੈ, ਅਸੀਂ ਬਹੁਤ ਕੁਝ ਕਰ ਸਕਦੇ। ਸਾਡੀ ਦੇ ਨਾ ਕਿ ਵਚਨਬੱਧਤਾ ਦੇ ਨਾਲ, ਸੰਵਿਧਾਨ ਦੇ ਨਾਲ, ਨੇਸ਼ਨ ਦੇ ਨਾਲ ਜਾਰੀ ਨਹੀਂ ਹੈਗੀ ਨਾ, ਸਾਡੀ ਜਾਰੀ ਤਾਂ ਸਿਆਸੀ ਲੋਕਾਂ ਦੇ ਨਾਲ ਹੋ ਗਈ ਨਾ। ਤੇ ਸਿਆਸਤ ਦੇ ਵਿੱਚ ਕਿਵੇਂ ਰਹਿਣਾ, ਕਿਹੜੀ ਕੁਰਸੀ ਕਦੋਂ ਸ਼ਾਮ, ਕਈ ਦੇ ਅਫਸਰ ਮੈਂ ਦੇਖਿਆ ਹੈਗਾ ਜੀ ਪਿਛਲੇ 15 ਸਾਲ ਤੋਂ SSP ਲੱਗੇ ਨੇ, 15 ਸਾਲ ਤੋਂ DC ਲੱਗੇ ਹੈਗੇ ਨੇ ਜੀ। ਦੇਖੋ ਉਹਨਾਂ ਦੀ ਕਿਸਮਤ ਹੈ, ਸਰਕਾਰ ਕਹਿੰਦੀ ਐਫੀਸ਼ੀਐਂਟ ਬੜੇ ਨੇ, ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਆ, ਲੇਕਿਨ ਹੈ ਕਿ ਦੇਖੋ ਇਹ ਸਰਵਿਸ ਹੈਗੀ ਹੈ, ਇਸ ਸਾਰਿਆਂ ਨੂੰ ਗਰੋ ਕਰਨ ਦਾ ਮੌਕਾ ਦਿਓ। ਇਹਦੇ 'ਚ ਤੁਸੀਂ ਦੇਖੋਗੇ ਕਿ ਐਟ ਏ ਟਾਈਮ 2-250 ਦੇ ਕਾਡਰ 'ਚੋਂ 10 ਜਾਂ 15% ਤੋਂ ਜ਼ਿਆਦਾ ਬੰਦੇ ਜਿਹੜੇ ਆ, ਉਹੀ ਅੱਛੀਆਂ ਜਿਹੜੀਆਂ ਪੋਸਟਾਂ ਨੇ, ਜਿਹੜੀਆਂ ਪੋਸਟ ਦੈਟ ਮੈਟਰ, ਆਈ ਡੋਂਟ ਸੇ ਅੱਛੀ ਦਾ ਕੋਈ ਮਤਲਬ ਨਹੀਂ ਹੈ, ਸਰਕਾਰ 'ਚ ਸਭ ਅੱਛੀਆਂ ਹੀ ਹੁੰਦੀਆਂ ਨੇ, ਉਹਨਾਂ 'ਤੇ ਗੇੜੇ ਖਾਂਦੇ ਰਹਿੰਦੇ ਆ, ਅਤੇ ਬਾਕੀ 60-70% ਜਿਹੜੇ ਆ ਉਹ ਇੱਥੇ ਕਿਤੇ ਕੋਈ ਵੈਲਫੇਅਰ 'ਚ ਲਾ ਦਿੱਤਾ, ਕੋਈ ਸੈਨਿਕ 'ਚ ਲਾ ਦਿੱਤਾ, ਕੋਈ ਕਿਤੇ ਲਾ ਦਿੱਤਾ, ਕੋਈ ਫਰੀਡਮ ਫਾਈਟਰ 'ਚ ਲਾ ਦਿੱਤਾ। ਤੁਸੀਂ ਟ੍ਰੈਂਡ ਦੇਖ ਲਓ ਕਿ ਕਿੱਥੇ ਕਿੱਥੇ ਲੱਗੇ ਨੇ। ਉਹ ਖਾਸ ਕਰਕੇ ਜਿਹੜੇ ਮਾਰਜਨਲ ਕਮਿਊਨਿਟੀ ਦੇ ਲੋਕ ਅਫਸਰ ਆਉਂਦੇ ਆ, ਉਹ ਵੀ ਉਹੀ UPSC ਦਾ ਪੇਪਰ ਦੇ ਕੇ ਆਉਂਦੇ, ਉਹਨਾਂ ਦਾ ਪ੍ਰੋਫਾਈਲ ਦੇਖ ਲਓ, ਉਹਨਾਂ ਨੂੰ ਕਿੱਥੇ ਲਾਉਂਦੇ ਨੇ ਅਤੇ ਦੂਜਿਆਂ ਨੂੰ ਕਿੱਥੇ ਲਾਉਂਦੇ ਨੇ। ਤੁਸੀਂ ਕਿਸੇ ਵੀ ਬੰਦੇ ਨੂੰ ਗਰੋ ਕਰਨ ਦਾ ਮੌਕਾ ਦਿਓਗੇ, ਜ਼ਿੰਮੇਵਾਰੀ ਦਿਓਗੇ, ਤੇ ਉਹ ਤੁਹਾਨੂੰ ਪਰਫਾਰਮ ਕਰਕੇ ਦੇਗਾ। ਮਤਲਬ ਕਿ IAS ਅਫਸਰ ਦਾ ਮੀਨਿੰਗ ਇਹ ਹੋ ਗਿਆ ਕਿ I am ਐਗਰੀ ਸਰ ਜਾਂ I am not ਐਗਰੀ ਸਰ। ਕੁਛ ਇਹ ਤੁਹਾਡੀਆਂ ਟਰਮਾਂ ਦੇ ਦੇਖੋ, ਤੁਸੀਂ ਬਹੁਤ ਸਿਆਣੇ ਜਰਨਲਿਸਟ ਹੋ, ਬੜੇ ਵੱਡੇ ਜਰਨਲਿਸਟ, ਇਹ ਤਾਂ ਚਲੋ ਪਿਛਲੇ 40 ਸਾਲ ਤੋਂ ਹੀ ਸੁਣਦੇ ਹੀ ਆਏ ਆ, ਆਮ ਸੌਦੀ, I ਐਗਰੀ ਵਗੈਰਾ ਵਗੈਰਾ, ਇਹ ਤਾਂ ਚਲੋ ਇੱਕ ਬਣੇ ਹੁੰਦੇ ਨੇ, ਇਹਦੇ ਬਾਰੇ ਮੈਂ ਤਾਂ ਨਹੀਂ ਕਹਿ ਸਕਾਂਗਾ। ਮੇਰੇ ਕਹਿੰਦੇ ਫਿਰ ਕੁਰਸੀਆਂ ਉਹਨਾਂ ਨੂੰ ਮਿਲਦੀਆਂ ਜਿਹੜੇ I am ਐਗਰੀ ਸਰ। ਮੰਨ ਲਓ, ਮੰਨ ਗਿਆ ਮੈਂ ਤੁਹਾਡੀ ਗੱਲ, ਠੀਕ ਹੀ ਹੋਏਗੀ ਇਹ ਗੱਲ, ਠੀਕ ਹੀ ਹੈ। ਇਹ ਵੀ ਨਹੀਂ ਹੈ, ਦੇਖੋ ਬਿਊਰੋਕ੍ਰੇਸੀ ਵਿੱਚ
ਜਿਹੜੀਆਂ ਸਾਡੇ ਜਿਹੜੀ ਸੁਸਾਇਟੀ ਦੇ ਕੰਪਾਰਟਮੈਂਟ ਆ, ਕਮਿਊਨਿਟੀ ਦੇ ਕੰਪਾਰਟਮੈਂਟ, ਵਾਟਰ ਟਾਈਟ ਕੰਪਾਰਟਮੈਂਟ ਆ, ਜਿਨ੍ਹਾਂ 'ਚ ਅਸੀਂ ਕੰਮ ਕਰਦੇ ਹਾਂ, ਵਿਧਾਨ ਸਭਾ ਲੋਕ ਸਭਾ ਜਾ ਕੇ ਵੀ ਉਹਨਾਂ 'ਚ ਹੀ ਕੰਮ ਕਰਦੇ ਹਾਂ, ਉਹ ਸੰਸਦ 'ਚ ਵੀ ਉਹਨਾਂ 'ਚ ਹੀ ਕੰਮ ਕਰਦੇ ਆ। ਉਹ ਵਾਟਰ ਟਾਈਟ ਕੰਪਾਰਟਮੈਂਟ ਜਿਹੜੇ ਨੇ ਨਾ, ਮਤਲਬ ਕਾਸਟ ਵਾਲੇ, ਕਮਿਊਨਿਟੀ ਵਾਲੇ, ਸਾਡੇ ਇਲਾਕੇ ਵਾਲੇ, ਰੀਜਨ ਵਾਲੇ, ਉਹ ਟੁੱਟਦੇ ਨਹੀਂ ਹਨ। ਅਤੇ ਅਸੀਂ 200 ਬੰਦਾ ਭਰਤੀ ਕਰਕੇ ਅਤੇ 15-20 ਕੋਲੋਂ ਕੰਮ ਲੈ ਰਹੇ ਹਾਂ। ਉਹਨਾਂ ਨੂੰ ਤੁਸੀਂ ਦੁਨੀਆ ਭਰ ਦੇ ਚਾਰਜ ਦਿੱਤੇ ਆ, ਅਤੇ ਦੂਜੇ ਪਾਸੇ ਤੁਸੀਂ 60% ਬੰਦੇ ਤਾਂ ਵਿਹਲੇ ਹੀ ਬਿਠਾਏ ਨੇ। ਅਤੇ ਆਹ ਕਮਿਸ਼ਨਾਂ 'ਚ ਵੀ ਇਹੀ ਰੌਲਾ ਹੈ ਕਿ ਕਮਿਸ਼ਨਾਂ 'ਚ ਵੀ ਤੁਸੀਂ ਉਹੀ ਬੰਦੇ ਲਾ ਦੇ, ਉਹੀ ਜਿਹੜੇ 10%, ਬਾਕੀ ਦੇ ਵਿਚਾਰੇ ਇੱਧਰ ਉੱਧਰ ਰੁਲਦੇ ਪਏ, ਉਹ ਤਾਂ ਕੌਣ ਪੁੱਛਦਾ। ਮੇਰਾ ਸਵਾਲ ਰੈਪੂਟੇਸ਼ਨ ਹੋ ਸਕਦਾ ਹੈਗਾ, ਤਾਂ ਮਹਿਸੂਸ ਕਰਦੇ ਕਿ ਜਿਹੜੇ ਨਵੀਆਂ ਬੋਰਡ, ਕਾਰਪੋਰੇਸ਼ਨ ਅਥਾਰਟੀਆਂ ਬਣਦੀਆਂ, ਸਰਕਾਰਾਂ ਇਸ ਬੋਝ ਤੋਂ ਬਚ ਸਕਦੀਆਂ ਹੈਗੀਆਂ? ਮੇਰਾ ਇਹ ਖਿਆਲ ਹੈ ਜਗਤਾਰ ਜੀ ਕਿ ਇਹ ਸਟੈਚੂਟਰੀ ਬੋਰਡ ਨੇ, ਇਹ ਸਮੇਂ ਦੀ ਰਿਕੁਆਇਰਮੈਂਟ ਹੈਗੀ ਹੈ। ਮੈਂ ਇਹ ਨਹੀਂ ਕਹਾਂਗਾ ਲੋੜ ਨਹੀਂ ਹੈ, ਕਿਉਂਕਿ ਸਰਕਾਰ ਦੇ ਵਿੱਚ ਅਤੇ ਪਬਲਿਕ ਸਰਵਿਸ 'ਚ ਇੱਕ ਬਹੁਤ ਵੱਡੀ ਸਟੈਚੂਟਰੀ ਕੜੀ ਹੈ ਜਿਹੜੀ ਕਾਨੂੰਨ ਦੇ ਅਧੀਨ ਇੰਡੀਪੈਂਡੈਂਟ ਮੰਨੀ ਜਾਣੀ ਹੈ। ਅਤੇ ਜਿਹੜੇ ਰਿਲੀਫ ਸਰਕਾਰ ਤੋਂ ਸਾਨੂੰ ਨਹੀਂ ਮਿਲਦੇ, ਇਹਨਾਂ ਕੋਲੋਂ ਜਾ ਕੇ ਅਸੀਂ ਲੈ ਸਕਦੇ ਹਾਂ। ਪਰ ਜੇ ਤੁਸੀਂ ਇੱਦਾਂ ਹੀ ਇਹਨਾਂ ਅਹੁਦਿਆਂ ਦੇ ਪਪਟਸ ਬਿਠਾਓਗੇ, ਜਿਹੜਾ ਤੁਹਾਡੇ ਕਹਿਣ ਅਨੁਸਾਰ ਪਹਿਲੇ ਤਾਂ ਉਹਨਾਂ ਪਹਿਲੇ ਹੀ ਨਹੀਂ ਪਰਫੋਰਮ ਕੀਤਾ, ਅੱਗੋਂ ਫੇਰ ਦੇ ਰਹੇ ਹੋ, ਅਤੇ ਉਹਨਾਂ ਕਿੰਨਾ ਕੁ ਲੋਕਾਂ ਦੇ ਪ੍ਰਤੀ ਵਚਨਬੱਧਤਾ ਹੋਈ ਅਤੇ ਕਿੰਨਾ ਕੁ ਕਰਨਗੇ। ਜਿੱਥੋਂ ਤੱਕ ਇਹ ਬੋਰਡ, ਇਹ ਜਿਹੜੇ ਸਟੈਚੂਟਰੀ ਇੰਸਟੀਟਿਊਸ਼ਨ ਕ੍ਰੀਏਟ ਕੀਤੇ ਨੇ, ਇਹ ਡੈਮੋਕ੍ਰੇਸੀ ਦਾ ਹੈ, ਜਿਹੜੀ ਇਕੋਨੋਮੀ ਓਪਨ ਅਪ ਹੋਈ ਉਹਦਾ ਪਾਰਟ ਹੈ। ਇਹ ਹੈ ਤਾਂ ਜ਼ਰੂਰੀ ਨੇ, ਮੈਂ ਨਹੀਂ ਕਹਿੰਦਾ ਕਿ ਇਹ ਨਹੀਂ ਬਣਨੇ ਚਾਹੀਦੇ, ਬਣਨੇ ਅਜੇ ਹੋਰ ਬਣਨੇ ਨੇ, ਅਜੇ ਹੋਰ ਬਣਨੇ ਨੇ। ਲੇਕਿਨ ਜੇ ਮੈਂ ਕਿਸੇ ਕੋਈ ਵੀ ਇਹੀ ਸਟੈਚੂਟਰੀ ਦੀ ਅਥਾਰਟੀ ਇੱਕ ਬੰਦੇ ਨੂੰ ਐਡਜਸਟ ਕਰਨ ਲਈ ਲਾ ਰਿਹਾ, ਬਣਾ ਰਿਹਾ, ਅਤੇ ਉਹ ਬੰਦਾ ਹੀ ਲਿਖ ਰਿਹਾ, ਉਹਦਾ ਵਿਧਾਨ ਵੀ ਉਹਦਾ ਲਿਖ ਰਿਹਾ, ਸਰਵਿਸ ਬੇਸ ਕਰ ਰਿਹਾ, ਕੰਡੀਸ਼ਨ ਬੇਸ ਕਰ ਰਿਹਾ, ਅਤੇ ਫਿਰ ਤੁਸੀਂ ਇਮੈਜਿਨ ਕਰ ਲਓ ਕਿ ਫਿਰ ਪਬਲਿਕ ਸਰਵਿਸ ਤਾਂ ਕਿਤੇ ਨਹੀਂ ਹੈਗੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਸ਼੍ਰੀ ਟੀ ਆਰ ਸਰੰਗਲ ਜਿਹੜੇ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ, ਪੰਜਾਬ ਕੈਡਰ ਦੇ IAS ਅਧਿਕਾਰੀ ਸੀ। ਮਸਲਾ ਤੇ ਹੀ ਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੇ ਅਥਾਰਟੀਆਂ ਬਣਨੀਆਂ ਚਾਹੀਦੀਆਂ, ਪਰ ਸਵਾਲ ਹੈ ਕਿ ਉੱਥੇ ਪੱਪੜ ਲਾਉਣੇ ਚਾਹੀਦੇ, ਹੱਥ ਠੋਕ ਕੇ ਲਾਉਣੇ ਚਾਹੀਦੇ, ਜਾਂ ਫਿਰ ਲੋਕਾਂ ਨੂੰ ਇਨਸਾਫ ਦੇਣਾ। ਅਤੇ ਜੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਆਈ ਹੈ ਤਾਂ ਫਿਰ ਸੰਵਿਧਾਨ ਨੇ ਬਹੁਤ ਕੁਝ ਦਿੱਤਾ ਹੈਗਾ। ਅਸੀਂ ਅਗਰ ਸੰਵਿਧਾਨ ਹੀ ਪੜ੍ਹ ਲਈਏ, ਸੰਵਿਧਾਨ ਨੂੰ ਹੀ ਲਾਗੂ ਕਰ ਲਈਏ, ਤਾਂ ਫਿਰ ਸ਼ਾਇਦ ਇਹਨਾਂ ਕਮਿਸ਼ਨਾਂ, ਬੋਰਡ, ਅਥਾਰਟੀਆਂ ਦਾ ਨਾ ਜ਼ਰੂਰਤ ਪਵੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਚੰਡੀਗੜ੍ਹ।